ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਦਨ ਮਨ ਕੀ ਮਲਨ ਕੋ, ਨਿਤ ਦਾਸਨ ਅਨਕੂਲ। ਹਰਨ ਅਮੰਗਲ ਸੁਖ ਕਰਨ, ਜੈ ਜੈ ਮੰਗਲ ਮੂਲ। ਮਰਦਨ ਮਨ ਕੀ ਮਲਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ ਕਲਯੁਗ ਦੇ ਸਾਡੇ ਜੀਵਾਂ ਦੇ ਉਧਾਰ ਲਈ। ਆਪ ਜੀ ਮਨੁੱਖੀ ਸਰੀਰ ਧਾਰ ਕੇ ਬਖਸ਼ਿਸ਼ਾਂ ਕਰ ਰਹੇ ਨੇ। ਬਚਪਨ ਦੇ ਅਚਰਜ ਕੌਤ ਕਰਨ ਤੋਂ ਉਪਰੰਤ ਹਜੂਰ ਪਾਤਸ਼ਾਹ ਆਪ ਜਵਾਨੀ 'ਚ ਪੈਰ ਧਰਦਿਆਂ ਬਖਸ਼ਿਸ਼ ਕੀਤੀ ਹੈ। ਆਪ ਜੀ ਕਿਰਪਾ ਕਰਕੇ ਸ੍ਰੀ ਸੁਲਤਾਨਪੁਰ ਸਾਹਿਬ ਵਿਖ ਮੋਦੀ ਖਾਨੇ ਦਾ ਕੰਮ, ਹਟ ਸਾਹਿਬ ਦਾ ਕਾਰਜ ਹਜੂਰ ਨੇ ਸ਼ੁਰੂ ਕੀਤਾ ਹੈ ਦੌਲਤ ਖਾਨ ਨਵਾਬ ਦੇ ਕੋਲ। ਗਰੀਬ ਨਵਾਜ ਜੀ ਦਾਤੇ ਹਨ, ਜੋ ਵੀ ਫਕੀਰ ਸੰਤ ਮਹਾਤਮਾ ਗਰੀਬ ਲੋਕ ਸਭ ਦੀਆਂ ਝੋਲੀਆਂ ਭਰਦੇ ਨੇ। ਜੋ ਕੋਈ ਸੌਦਾ ਲੈਣ ਆਉਂਦਾ ਹੈ ਤੇ ਉਸ ਦਾ ਜਿਤਨਾ ਮੁੱਲ ਦਿੰਦਾ ਉਹਦੇ ਨਾਲੋਂ ਸਵਾਇਆ ਮਹਾਰਾਜ ਵੱਧ ਜਿਹੜਾ ਹੈ ਉਸ ਨੂੰ ਸੌਦਾ ਦਿੰਦੇ ਨੇ।
ਦੌਲਤ ਖਾਂ ਲੋਧੀ ਦੀਆਂ ਜਿਹੜੀਆਂ ਫੌਜਾਂ ਨੇ, ਉਹਨਾਂ ਫੌਜਾਂ ਨੂੰ ਜੋ ਰਾਸ਼ਨ ਪਾਣੀ ਵੱਧਾ ਹੈ ਉਸ ਤੋਂ ਵੀ ਵੱਧ ਗੁਰੂ ਨਾਨਕ ਸਾਹਿਬ ਦਿੰਦੇ ਨੇ। ਇਉਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਭ ਪਾਸੇ ਕੀਰਤੀ ਫੈਲੀ, ਜਸ ਹੋਇਆ, ਬਖਸ਼ਿਸ਼ਾਂ ਹੋਈਆਂ। ਤੋ ਗਰੀਬ ਨਵਾਜ ਪਾਤਸ਼ਾਹ ਜਦੋਂ ਇੰਜ ਕਿਰਪਾ ਕਰ ਰਹੇ ਸਨ, ਇੱਧਰ ਸ਼ਾਹਕੋਟ ਦੇ ਲਾਗੇ ਮਲਸੀਹਾਂ ਨਗਰ ਹੈ, ਉੱਥੇ ਇੱਕ ਗੁਰਮੁਖ ਪਿਆਰਾ ਪਰਮੇਸ਼ਵਰ ਦੀ ਭਗਤੀ, ਜੋ ਕਾਲਕਾ ਦੇਵੀ ਦੀ ਪੂਜਾ ਵਿੱਚ ਲੱਗ ਕੇ ਭਗਤੀ ਕਰਦਾ ਰਿਹਾ, ਉਸ ਦੀ ਭਗਤੀ ਪੂਰਨ ਹੋਈ। ਇੱਕ ਦਿਨ ਸਾਰਾ ਦਿਨ ਪ੍ਰੇਮ ਦੇ ਵਿੱਚ ਉੱਥੇ ਮੰਦਰ ਵਿੱਚ ਇਸ ਨੇ ਸੇਵਾ ਕੀਤੀ। ਰਾਤ ਨੂੰ ਵੀ ਚਿੱਤ ਨੇ ਕੀਤਾ ਜਾਣ ਨੂੰ, ਸੇਵਾ ਵਿੱਚ ਲੱਗਾ ਰਿਹਾ। ਅੱਧੀ ਰਾਤ ਤੋਂ ਬਾਅਦ ਜਦੋਂ ਇਸ ਨੂੰ ਕੁਛ ਆਲਸ ਆਇਆ ਹੈ ਤਾਂ ਇਸ ਨੂੰ ਉਸ ਕਾਲਕਾ ਦੇਵੀ ਮਾਤਾ ਨੇ ਦਰਸ਼ਨ ਬਖਸ਼ੇ ਤੇ ਇਸ ਨੇ ਫਰਿਆਦ ਕੀਤੀ ਕਿ ਹਾਂ ਬ੍ਰਹਮ ਰੂਪ ਤੂੰ ਮਰ ਮੰਗ ਕੀ ਚਾਹੁੰਦਾ ਹੈ? ਕਹਿੰਦਾ ਕਿ ਮੈਂ ਮੁਕਤ ਹੋਣਾ ਚਾਹੁੰਦਾ, ਅਗਿਆਨ ਦਾ ਹਨੇਰਾ ਦੂਰ ਹੋ ਜਾਏ, ਗਿਆਨ ਦਾ ਪ੍ਰਕਾਸ਼ ਹੋ ਜਾਏ, ਮੁੜ ਕੇ ਮੈਨੂੰ ਜਨਮ ਨਾ ਲੈਣਾ ਪਵੇ, ਮੈਂ ਮੁਕਤ ਹੋਣਾ ਚਾਹੁੰਦਾ। ਤਾਂ ਉਸ ਨੇ ਕਿਹਾ ਜੇ ਮੁਕਤੀ ਲੈਣੀ ਹੈ, ਸੁਲਤਾਨਪੁਰ ਸਾਹਿਬ ਹਟ ਸਾਹਿਬ ਤੇ ਬੈਠੇ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਹਨ, ਮਨੁੱਖੀ ਸਰੀਰ ਦੇ ਵਿੱਚ ਛੁਪੇ ਹੋਏ ਬੈਠੇ ਨੇ, ਬਾਕੀ ਦੀ ਰਹਿੰਦੀ ਜ਼ਿੰਦਗੀ ਗੁਰੂ ਨਾਨਕ ਦੀ ਸੇਵਾ ਵਿੱਚ ਲਾ ਦੇ, ਤੂੰ ਮੁਕਤ ਹੋ ਜਾਏਗਾ। ਇਉਂ ਜਿਸ ਵੇਲੇ ਇਸ ਨੂੰ ਸੁਪਨੇ ਦੇ ਰੂਪ ਦੇ ਵਿੱਚ ਦੇਵੀ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਨੇ, ਇਹ ਬੜਾ ਹੈਰਾਨ ਹੋਇਆ। ਅੱਖ ਖੁੱਲ੍ਹਣ ਤੋਂ ਬੜਾ ਹੈਰਾਨ ਸਾਰੀ ਗੱਲ ਸੋਚਦਾ ਰਿਹਾ। ਮਨ 'ਚ ਵੈਰਾਗ ਆਇਆ ਵੀ ਜਦ ਮੁਕਤੀ ਹੋਣਾ ਫਿਰ ਸੋਚ ਕਾਹਦੀ। ਇਹ ਤਿਆਰ ਹੋਇਆ। ਇਹ ਪਿੰਡ ਦਾ ਚੌਧਰੀ ਵੀ ਸੀ, ਮੁਖੀ ਸੀ, ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਨੇ ਤਿਆਰੀ ਕਰ ਲਈ ਵੀ ਆਪਾਂ ਤੇ ਗੁਰੂ ਨਾਨਕ ਦੇ ਚਰਨਾਂ 'ਚ ਹੁਣ ਜਾਣਾ ਹੈ। ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਗਿਆ। ਜਾ ਕੇ ਦੇਖਿਆ ਬਹੁਤ ਲੋਕਾਂ ਦੀ ਭੀੜ ਲੱਗੀ ਗੁਰੂ ਨਾਨਕ ਦੇ ਦਰ ਤੇ ਝੋਲੀਆਂ ਭਰਾਉਣ ਵਾਸਤੇ। ਇਹ ਉਸ ਭੀੜ ਦੇ ਵਿੱਚੋਂ ਅੱਗੇ ਹੋ ਕੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡੰਡੇ ਵਾਂਗ ਲੰਮਾ ਪੈ ਕਰਕੇ ਗੁਰੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਭਾਈ ਸਾਹਿਬ ਜੀ ਲਿਖਦੇ ਇਤਿਹਾਸ ਵਿੱਚ ਕਿ ਉਸ ਵੇਲੇ ਇਹ ਮਦਹੋਸ਼ ਹੋ ਕੇ ਜਾਣੀ ਮੂਰਛਤ ਹੋ ਕਰਕੇ ਗੁਰੂ ਦੇ ਚਰਨਾਂ ਵਿੱਚ ਜੋ ਸੀ ਲਿਪਟ ਗਿਆ। ਸਤਿਗੁਰੂ ਪਾਤਸ਼ਾਹ ਨੇ ਦੇ ਮੱਥੇ ਤੇ ਹੱਥ ਰੱਖਿਆ, ਸੁਰਤ ਆਈ, ਬਾਹੋਂ ਪੱਗ ਕਰਕੇ ਹਜੂਰ ਜੀ ਨੇ ਕੋਲ ਬਿਠਾਇਆ। ਜਾਣੀ ਜਾਣ ਸਤਿਗੁਰੂ ਜੀ ਪੁੱਛਦੇ ਨੇ, ਆਹ ਪੁਰਖਾ ਤੇਰਾ ਨਾਮ ਕੀ ਹੈ ਤੇ ਕਿੱਥੋਂ ਆਇਆ? ਕਹਿਣ ਲੱਗਾ ਜੀ ਮੇਰਾ ਨਾਮ ਭਗੀਰਥ ਹੈ, ਮਲਸੀਹਾਂ ਮੇਰਾ ਪਿੰਡ ਹੈ। ਇਸ ਤਰ੍ਹਾਂ ਦੇ ਨਾਲ ਤੁਸੀਂ ਜਾਣੀ ਜਾਣ ਹੋ ਦੇਵੀ ਮਾਤਾ ਦੀ ਭਗਤੀ ਕਰਦੇ ਆ ਜੇ ਪ੍ਰਾਪਤ ਹੋਈ। ਤੇ ਉਸ ਨੇ ਕਿਹਾ ਜੇ ਮੁਕਤ ਹੋਣਾ ਤੇ ਗੁਰੂ ਨਾਨਕ ਦੇ ਚਰਨਾਂ 'ਚ ਪਹੁੰਚ, ਤੇ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ 'ਚ ਰਹਿਣ ਵਾਸਤੇ ਹੀ ਆਇਆ। ਗੁਰੂ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਖਸ਼ਿਸ਼ ਕੀਤੀ। ਇਉਂ ਹਜੂਰ ਦੀ ਹਜ਼ੂਰੀ ਵਿੱਚ ਪੁੱਜ ਕਰਕੇ ਸਿੱਖੀ ਕਮਾਉਣ ਲੱਗਾ ਹੈ। ਮਰਦਾਨਾ ਜੀ ਆ ਗਏ ਨੇ ਕਿ ਲੜਕੀ ਦੀ ਸ਼ਾਦੀ ਹੈ, ਬਾਕੀ ਗੁਜ਼ਰ ਠੀਕ ਹੈ। ਤੁਹਾਡਾ ਬਚਨ ਹੈ ਤੂੰ ਸਾਡੇ ਘਰ ਦਾ ਸੇਵਾਦਾਰ, ਕਿਸੇ ਕੋਲੋਂ ਹੱਥ ਅੱਡ ਕੇ ਮੰਗਣਾ ਨਹੀਂ, ਜਿਹੜੀ ਚੀਜ਼ ਦੀ ਲੋੜ ਸਾਡੇ ਕੋਲੋਂ ਮੰਗੀ। ਕਹਿੰਦਾ ਮਹਾਰਾਜ ਬਾਕੀ ਗੁਜ਼ਾਰਾ ਸਾਰਾ ਠੀਕ ਹੈ, ਬੱਚੀ ਦਾ ਵਿਆਹ ਕਰਨਾ ਹੈ, ਇਸ ਵਾਸਤੇ ਮਹਾਰਾਜ ਸਮਰੱਥਾ ਨਹੀਂ, ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ, ਕਿਰਪਾ ਕਰੋ। ਗੁਰੂ ਸਾਹਿਬ ਨੇ ਕਿਹਾ ਭਾਈ ਭਗੀਰਥ ਜੀ ਤੁਸੀਂ ਇੰਜ ਕਰੋ, ਤੁਸੀਂ ਕਾਗਜ਼ ਦੇ ਉੱਤੇ ਮਰਦਾਨੇ ਤੋਂ ਸਾਰਾ ਸਾਜੋ ਸਮਾਨ ਲਿਖ ਲਓ ਜੋ ਵਿਆਹ ਦੀ ਸਮੱਗਰੀ ਚਾਹੀਦੀ ਹੈ। ਇੱਥੋਂ ਨਹੀਂ ਮਿਲਣਾ, ਇਸ ਵਾਸਤੇ ਤੁਸੀਂ ਜਾ ਕਰਕੇ ਲਾਹੌਰ ਵੱਡਾ ਸ਼ਹਿਰ ਹੈ, ਲਾਹੌਰ ਤੋਂ ਜਾ ਕੇ ਸਾਰਾ ਸਾਜੋ ਸਮਾਨ ਲਿਆਉਣਾ ਹੈ, ਪਰ ਸ਼ਰਤ ਇਹ ਹੈ ਇੱਕ ਰਾਤ ਤੋਂ ਵੱਧ ਰਹਿਣਾ ਨਹੀਂ, ਤੇ ਤੁਸੀਂ ਜਾਓ। ਇਉਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇਸ ਨੇ ਉਹ ਲਿਸਟ ਬਣਾਈ, ਲੋੜੀਂਦਾ ਜਿੰਨਾ ਧਨ ਸੀ ਗੁਰੂ ਸਾਹਿਬ ਨੇ ਬਖਸ਼ਿਆ, ਇਹ ਲੈ ਕਰਕੇ ਗਿਆ ਹੈ। ਜਾ ਕੇ ਵੱਡਾ ਇੱਕ ਦੁਕਾਨ ਦੇਖੀ, ਸ਼ਾਹੂਕਾਰ ਸੇਠ ਬੈਠਾ ਹੈ, ਭਾਈ ਮਨਸੁਖ ਉਸ ਦਾ ਨਾਮ ਹੈ। ਉਹਨੂੰ ਜਾ ਕੇ ਲਿਸਟ ਫੜਾਈ ਤੇ ਨਾਲੇ ਪੈਸੇ ਦੇ ਦਿੱਤੇ ਵੀ ਆਹ ਮੇਰਾ ਸਮਾਨ ਹੈ, ਆਹ ਹੈ ਪੈਸੇ, ਇਸ ਵਾਸਤੇ ਮੈਨੂੰ ਆਹ ਸਾਜੋ ਸਮਾਨ ਚਾਹੀਦਾ ਹੈ ਤੇ ਮੈਂ ਲੈ ਕੇ ਜਾਣਾ। ਉਸ ਨੇ ਕਿਹਾ ਵੀ ਠੀਕ ਹੈ ਜੀ, ਜ਼ਰੂਰ ਤੁਸੀਂ ਬੈਠੋ, ਅਸੀਂ ਸਭ ਕੁਝ ਦੇਵਾਂਗੇ। ਬਿਠਾ ਕੇ ਕੋਲ ਜਿਸ ਨੇ ਲਿਸਟ ਪੜ੍ਹੀ ਤੇ ਕਹਿਣ ਲੱਗਾ ਜੀ ਭਈ ਬਾਕੀ ਸਾਰਾ ਸਾਜੋ ਸਮਾਨ ਤਾਂ ਜਿਹੜਾ ਉਹ ਤਿਆਰ ਹੋ ਜਾਏਗਾ, ਪਰ ਜਿਹੜਾ ਚੂੜਾ ਤੁਸੀਂ ਲਿਖਿਆ ਵੀ ਬਹੁਤ ਵਧੀਆ ਚਾਹੀਦਾ ਹੈ,
ਚੂੜੇ ਵਾਸਤੇ ਤੁਹਾਨੂੰ ਇੱਕ ਰਾਤ ਹੋਰ ਠਹਿਰਨਾ ਪਊ, ਤਿਆਰ ਕਰਾਉਣਾ ਪੈਣਾ। ਗੁਰਸਿੱਖ ਕਹਿਣ ਲੱਗਾ ਕਿ ਜੇ ਅਗਰ ਮੈਂ ਦੂਸਰੀ ਰਾਤ ਇੱਥੇ ਰਹਿ ਗਿਆ, ਮੇਰਾ ਤੇ ਸਾਰਾ ਜਨਮ ਵਿਅਰਥ ਚਲਾ ਜਾਊਗਾ। ਸ਼ਾਹੂਕਾਰ ਨੂੰ ਸ਼ੰਕਾ ਹੋਈ, ਕਹਿੰਦਾ ਭਈ ਕੀ ਕਾਰਨ, ਤੇਰਾ ਜਨਮ ਵਿਅਰਥ ਕਿੱਦਾਂ ਹੋ ਜੂ? ਜੇ ਕੋਈ ਰਾਜਾ ਮਹਾਰਾਜਾ ਵੀ ਕਿਸੇ ਬੰਦੇ ਨੂੰ ਭੇਜਦਾ ਹੈ, ਉਹ ਗੱਲ ਤਾਂ ਇੱਦਾਂ ਕਹਿ ਨਹੀਂ ਸਕਦਾ। ਦੱਸਿਆ ਕਿ ਮੇਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਪੂਰਨ ਹਨ, ਪਰਮੇਸ਼ਰ ਦਾ ਰੂਪ ਨੇ, ਉਹਨਾਂ ਦਾ ਹੁਕਮ ਹੈ ਕਿ ਇੱਕ ਰਾਤ ਰਹਿਣਾ। ਜੇ ਮੈਂ ਦੂਜੀ ਰਾਤ ਰਹਿ ਗਿਆ, ਗੁਰੂ ਸਾਹਿਬ ਦਾ ਬਚਨ ਤੋਂ ਉਲਟ ਹੋ ਜਾਵਾਂਗਾ, ਮੇਰਾ ਸਾਰਾ ਜਨਮ ਵਿਅਰਥ ਗੁਜ਼ਰ ਜਾਏਗਾ। ਉਸ ਸ਼ਾਹੂਕਾਰ ਨੇ ਗੱਲ ਕਹੀ, ਕਹਿੰਦਾ ਕਲਯੁੱਗ ਦਾ ਸਮਾਂ ਹੈ, ਤਾਂ ਇੱਥੇ ਬਹੁਤ ਅਸੀਂ ਲੋਕ ਸੰਤ ਮਹਾਤਮਾ ਦੇਖੇ ਨੇ, ਪਰ ਇਹੋ ਜਿਹਾ ਤੇ ਕੋਈ ਵੀ ਨਹੀਂ ਅਸੀਂ ਦੇਖਿਆ ਜਿਹੋ ਜਿਹਾ ਤੁਸੀਂ ਦੱਸ ਰਹੇ। ਭਾਵ ਸੀ ਭਾਈ ਭਗੀਰਥ ਜੀ ਨੇ ਦ੍ਰਿੜਤਾ ਦੇ ਨਾਲ ਗੁਰੂ ਨਾਨਕ ਮਹਾਰਾਜ ਦੀ ਸਿਫਤ ਕੀਤੀ। ਇਹ ਮਨਸੁਖ ਦੇ ਮਨ ਵਿੱਚ ਗੱਲ ਲੱਗੀ, ਕਹਿਣ ਲੱਗਾ ਜੇ ਇਹੋ ਜਿਹਾ ਕੋਈ ਹੈ ਗੁਰੂ ਤਾਂ ਕਹਿੰਦੇ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ, ਪਰ ਵਿਸ਼ਵਾਸ ਤਦ ਕਰੂੰ ਜੇ ਮੈਨੂੰ ਕੋਈ ਪ੍ਰੀਖਿਆ ਦੇਣਗੇ, ਪਰਖ ਦੇਣਗੇ। ਕਹਿੰਦੇ ਸਾਹਿਬ ਗੁਰੂ ਨਾਨਕ ਦੇ ਘਰ ਤਾਂ ਸੋ ਸਮੁੰਦਰ ਤੋਂ ਜੇ ਕੋਈ ਬੂੰਦ ਮੰਗ ਵੀ ਲਵੇ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਮਾਮੂਲੀ ਗੱਲ ਹੈ। ਇਉਂ ਸਾਰਾ ਸਾਜੋ ਸਮਾਨ ਲੈ ਕੇ ਕਹਿੰਦਾ ਚੂੜਾ ਮੈਂ ਇੱਕ ਘਰ ਰੱਖਿਆ, ਬਹੁਤ ਵਧੀਆ, ਵੇਚਣਾ ਨਹੀਂ ਸੀ, ਗੁਰੂ ਨਾਨਕ ਸਾਹਿਬ ਨੂੰ ਭੇਟਾ ਦੇ ਦੂੰ, ਪਰ ਸ਼ਰਤ ਇਹ ਹੈ ਜਾਂਦਿਆਂ ਮੇਰਾ ਨਾਮ ਲੈ ਕੇ ਗੁਰੂ ਸਾਹਿਬ ਜੀ ਜੇ ਆਵਾਜ਼ ਮਾਰਨ ਮੈਂ ਸਮਝਾਂਗਾ ਕਿ ਪੂਰਨ ਹਨ। ਇਉਂ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਨੇ। ਗੁਰੂ ਪਾਤਸ਼ਾਹ ਜੀ ਨੇ ਆਉਂਦਿਆਂ ਹੀ ਦੋਨਾਂ ਨੂੰ ਤੱਕਿਆ, ਕਹਿਣ ਲੱਗੇ ਆਓ ਭਗੀਰਥ ਪਰਉਪਕਾਰੀ। ਭਾਈ ਭਗੀਰਥ ਤੂੰ ਪਰਉਪਕਾਰੀ ਹੈ, ਤੂੰ ਮਲਿਆਗਰ ਕੀ ਰੀਤ ਵਿਚਾਰੀ। ਕਹਿੰਦੇ ਤੂੰ ਸੋ ਜਿਸ ਤਰ੍ਹਾਂ ਚੰਦਨ ਜਿਹੜਾ ਹੈ ਉਸ ਦੀ ਰੀਤ ਇਹ ਹੈ ਕਿ ਉਹ ਆਪਣੀ ਖੁਸ਼ਬੂ ਦੂਸਰੇ ਬੂਟਿਆਂ ਨੂੰ ਦੇ ਕਰਕੇ ਚੰਦਨ ਬਣਾ ਲੈਂਦਾ ਹੈ, ਤੇ ਅੱਗੇ ਤੋਂ ਮਨਸੁਖ ਇਹ ਕਾਚਾ ਕਰਿਓ ਕਹਿਓ ਅਬੈ ਤੂੰ ਸਾਚਾ। ਇਹ ਅੱਗੇ ਮਨਸੁਖ ਕੱਚਾ ਹੀ ਸੀ, ਨਾ ਸੀ ਇਹਦਾ ਮਨਸੁਖ, ਪਰ ਇਹ ਕੱਚਾ ਸੀ, ਮਨਸੁਖ ਨਹੀਂ ਸੀ ਮਨ ਨੂੰ, ਤੂੰ ਸੱਚਾ ਕਰਨਾ ਚਾਹੇ। ਜਦੋਂ ਗੁਰੂ ਸਾਹਿਬ ਨੇ ਨਾਮ ਲੈ ਲਿਆ, ਗੁਰੂ ਸਾਹਿਬ ਦੇ ਚਰਨਾਂ ਤੇ ਲਿਟ ਗਿਆ ਗੁਰੂ ਦੀ ਹਜ਼ੂਰੀ ਵਿੱਚ। ਸੋ ਇਸ ਪ੍ਰਕਾਰ ਜੁੜ ਕਰਕੇ 2 ਦਿਨ ਰਹਿ ਕੇ ਗੁਰੂ ਪਾਤਸ਼ਾਹ ਜੀ ਤੋਂ ਉਪਦੇਸ਼ ਲਿਆ, ਗੁਰੂ ਪਾਤਸ਼ਾਹ ਮਹਾਰਾਜ ਦੀ ਸਿੱਖੀ ਨੂੰ ਧਾਰਨ ਕੀਤਾ, ਤੇ ਇਹ ਮਨਸੁਖ ਜਿਹੜਾ ਸੀ ਇਸ ਤਰੀਕੇ ਦੇ ਨਾਲ ਗੁਰੂ ਦਾ ਸਿੱਖ ਬਣਿਆ। ਤਾਂ ਇਉਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਇਹ ਅਗਲਾ ਪ੍ਰਸੰਗ ਕਵੀ ਜੀ ਲਿਖ ਰਹੇ ਨੇ, ਆਓ ਪਿਆਰ ਪੂਰਵਕ ਪ੍ਰਸੰਗ ਦੇ ਵਿੱਚ ਮਨ ਜੋੜੀਏ। ਧੰਨ ਸਾਹਿਬ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਬਖਸ਼ਿਸ਼ਾਂ ਕਰਕੇ ਕਲਯੁਗੀ ਜੀਵਨ ਦਾ ਉਧਾਰ ਕਰਦੇ ਹਨ, ਗੁਰੂ ਪਾਤਸ਼ਾਹ ਮਹਾਰਾਜ ਦੇ ਆਸ਼ਚਰਜ ਕੌਤਕਾਂ ਨੂੰ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਦਰਜ ਕਰ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਮਰਦਨ ਮਨ ਕੀ ਮਲਨ ਕੋ। ਧੰਨ ਕਵੀ ਜੀ ਸਤਿਗੁਰਾਂ ਦੀ ਮਹਿਮਾ ਦਾ ਮੰਗਲਾਚਰਨ ਪਹਿਲਾਂ ਕਰਦੇ ਨੇ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ, ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਜੋ ਚਰਨ ਹਨ, ਮਰਦਨ ਮਨ ਕੀ ਮਲਨ ਕੋ, ਮਨ ਦੀ ਮੈਲ ਨੂੰ ਮਰ ਦੇਣ ਵਾਲੇ, ਦੂਰ ਕਰ ਦੇਣ ਵਾਲੇ ਜੋ ਹਨ। ਨਿਤ ਦਾਸਨ ਅਨੁਕੂਲ, ਨਿਤ ਪ੍ਰਤੀ ਜੋ ਦਾਸਾਂ ਨੂੰ, ਦਾਸਾਂ ਦੇ ਅਨੁਸਾਰੀ ਹਨ, ਸੋ ਦਾਸਾਂ ਤੇ ਕਿਰਪਾ ਕਰਨ ਵਾਲੇ ਹਨ। ਹਰਨ ਅਮੰਗਲ ਸੁਖ ਕਰਨ, ਸੁੱਖਾਂ ਨੂੰ ਕਰਨ ਵਾਲੇ ਹਨ। ਅਮੰਗਲ ਜੋ ਬੰਧਨ ਹਨ ਜਾਂ ਅਮੰਗਲ ਦੁੱਖ ਕਸ਼ਟ ਹਨ, ਉਹਨਾਂ ਦੂਰ ਕਰਨ ਵਾਲੇ ਹਨ। ਜੈ ਜੈ ਮੰਗਲ ਮੂਲ, ਤੋ ਇਹੋ ਜਿਹੇ ਗੁਰੂ ਸਾਹਿਬ ਦੇ ਸਾਰੇ ਖੁਸ਼ੀਆਂ ਦੇ ਮੁੱਢ ਰੂਪ ਗੁਰੂ ਚਰਨਾਂ ਨੂੰ ਮੇਰੀ ਨਮਸਕਾਰ ਹੈ, ਜੈ ਜੈਕਾਰ ਹੋਵੇ। ਸ੍ਰੀ ਬਾਲਾ ਸੰਦਰਵਾਚ, ਸ੍ਰੀ ਬਾਲਾ ਜੀ ਸੰਧੂ ਗੋਤ ਵਾਲੇ ਉਵਾਚ ਕਥਨ ਕਰਦੇ ਹਨ। ਸਵਈਆ ਮੋਦੀ ਕੀ ਕ੍ਰਿਤ ਵਿਸਾਲ ਚੱਲੈ, ਇਹ ਮੋਦੀ ਖਾਨੇ ਦਾ ਕੰਮ ਜਿਹੜਾ ਹੈ ਬਹੁਤ ਸਾਰਾ ਵੱਡਾ ਚੱਲ ਰਿਹਾ ਹੈ। ਬਹੁ ਕਾਲ ਜਹੀ ਬਿਦ ਔਰ ਚਲਾਈ, ਬਹੁਤ ਸਮਾਂ ਗੁਰੂ ਸਾਹਿਬ ਨੇ ਇਸੇ ਤਰੀਕੇ ਦੇ ਨਾਲ ਮੋਦੀ ਦਾ ਕੰਮ ਚਲਾਇਆ ਹੈ। ਬਾਲਾ ਰਹੇ ਨਿਜ ਸੰਗ ਸਦਾ, ਭਾਈ ਬਾਲਾ ਜੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਦਾ ਨਾਲ ਰਹਿੰਦੇ ਹਨ। ਉਚਰਿਓ ਇਤਿਹਾਸ ਕੋ ਜਾਹੇ ਬਨਾਈ, ਜਿਸ ਨੇ ਇਹ ਸਾਰਾ ਇਤਿਹਾਸ ਬਣਾ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਹਜ਼ੂਰੀ ਵਿੱਚ ਸੁਣਾਇਆ ਹੈ। ਆਪਨ ਪੈ ਤਕਰੀ ਕਰ ਮੈਂ, ਤੋ ਗੁਰੂ ਪਾਤਸ਼ਾਹ ਜੀ
ਆਪਣਾ ਹੱਟ ਸਾਹਿਬ ਤੇ ਹੱਟੀ ਤੇ ਬੈਠ ਕੇ ਤੱਕੜੀ ਹੱਥ 'ਚ ਲੈ ਕਰਕੇ ਵਥ ਤੋਲਤ ਦੇਤ ਜਯੋ ਹੋਤ ਸਵਾਈ। ਤੋ ਮਹਾਰਾਜ ਵਸਤੂਆਂ ਤੋਲਦੇ ਨੇ ਤੇ ਜਿੰਨੀ ਕੋਈ ਮੰਗਦਾ ਉਹਦੇ ਨਾਲ ਸਵਾਈ ਸਵਾ ਗੁਣਾ ਦਿੰਦੇ ਹਨ। ਕੋਮਲ ਬੋਲਤ ਬੋਲ ਅਮੋਲਕ। ਬੜਾ ਹੀ ਅਮੋਲਕ ਮੇਰੇ ਸਤਿਗੁਰੂ ਜੀ ਮਿੱਠੇ ਬਚਨ ਬੋਲਦੇ ਹਨ, ਕੋਮਲ ਸੁੰਦਰ। ਲੋਕਕ ਰੀਤ ਸਭੇ ਹਰ ਖਾਈ। ਜਿੰਨੀ ਲੋਕਾਂ ਦੀ ਰੀਤ ਸੀ ਸਾਰੇ ਲੋਕ ਬਹੁਤ ਖੁਸ਼ ਹਨ ਹਰ ਤਰ੍ਹਾਂ ਦੇ ਨਾਲ। ਸੋਰਠ ਰਾਜ ਹੈ ਬੈਸ ਦੁਕਾਨ। ਧੰਨ ਸਤਿਗੁਰੂ ਪਾਤਸ਼ਾਹ ਜੀ ਸੋ ਦੁਕਾਨ ਤੇ ਬੈਠੇ ਫੱਬਦੇ ਹਨ ਸਤਿਗੁਰੂ ਪਾਤਸ਼ਾਹ। ਗਿਆਨ ਬਾਸ ਜਿਵ ਭਗਤ ਮੈਂ। ਜਿਸ ਤਰ੍ਹਾਂ ਭਗਤੀ ਦੇ ਵਿੱਚ ਗਿਆਨ ਵਾਸ ਕਰਦਾ, ਮਾਨੋ ਕਿ ਮਹਾਰਾਜ ਦਾ ਹੱਟ ਸਾਹਿਬ ਜਿਹੜਾ ਹੈ ਉਹ ਭਗਤੀ ਹੈ ਤੇ ਗਿਆਨ ਰੂਪ ਵਿੱਚ ਆਪ ਬੈਠੇ ਹਨ। ਕੀਰਤ ਜੌਨ ਸਮਾਨ ਪਰਮ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਕੀਰਤੀ ਜਸ ਜਿਹੜੇ ਨਾ ਚੰਦਰਮਾ ਦੀ ਚਾਂਦਨੀ ਵਰਗੀ ਹੈ। ਪਰਮ ਪਾਵਨੀ ਜਗਤ ਮੈਂ। ਤੋ ਮਹਾਨ ਪਵਿੱਤਰ ਜਗਤ ਵਿੱਚ ਇਹੋ ਮਹਾਰਾਜ ਦੀ ਸੋ ਕੀਰਤੀ ਮਹਿਮਾ ਫੈਲੀ ਜਿਸ ਤਰ੍ਹਾਂ ਚੰਦਰਮਾ ਦੀ ਚਾਂਦਨੀ ਫੈਲਦੀ ਹੈ। ਸਵਈਆ ਭੇਦ ਕੋ ਜਾਣਹਿ ਮਾਨਵ ਜੇ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਦੇ ਭੇਦ ਨੂੰ ਜਾਣ ਗਏ ਹਨ, ਕਰ ਸੰਗਤ ਕੋਮਲ ਬੋਲ ਸੁਨੈ ਹੈ। ਉਹ ਗੁਰੂ ਸਾਹਿਬ ਦੀ ਸੰਗਤ ਕਰਦੇ ਨੇ, ਬੜੇ ਕੋਮਲ ਮਿੱਠੇ ਤੇ ਨਰਮ ਸਤਿਗੁਰੂ ਦਾ ਸੁੰਦਰ ਸੋ ਗਿਆਨ ਦੀ ਪ੍ਰਾਪਤੀ ਵਾਲੇ ਬਚਨ ਸੁਣਦੇ ਨੇ ਪ੍ਰੇਮ ਨਾਲ। ਲੋਚਨ ਗੋਚਰ ਸੋਚ ਵਿਮੋਚਨ। ਜੋ ਨੇਤਰਾਂ ਨਾਲ ਦਰਸ਼ਨ ਕਰਦੇ ਨੇ ਸਭ ਸੋਚਾਂ ਨੂੰ ਦੂਰ ਕਰਨ ਵਾਲੇ ਹਨ, ਫਿਕਰਾਂ ਨੂੰ। ਰੂਪ ਬਿਲੋਕਤ ਧਨ ਮਨੈ ਹੈ। ਤੋ ਭਾਈ ਗੁਰੂ ਪਾਤਸ਼ਾਹ ਜੀ ਦਾ ਸਰੂਪ ਦਾ ਦਰਸ਼ਨ ਕਰਦੇ ਤੇ ਆਪਣੇ ਆਪ ਨੂੰ ਧੰਤਾ ਦੇ ਯੋਗ ਸਮਝਦੇ ਵੀ ਸਾਡੇ ਧੰਨ ਭਾਗ ਗੁਰੂ ਨਾਨਕ ਦਾ ਦਰਸ਼ਨ ਹੋਇਆ ਹੈ। ਸ੍ਰੀ ਮੁਖ ਸੌ ਲੱਖ ਕੈ ਅਧਿਕਾਰ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੋ ਜਿਹਾ ਪ੍ਰੇਮੀ ਆਉਂਦਾ ਉਸ ਦਾ ਅਧਿਕਾਰ ਜਾਣ ਕੇ ਕਿਹੋ ਜਿਹਾ ਅਧਿਕਾਰੀ ਹੈ। ਭਲੇ ਭਗਤੀ ਪੁੰਨ ਗਿਆਨ ਭਨੇ ਹੈ। ਉਸ ਨੂੰ ਭਗਤੀ ਦਾ ਗਿਆਨ, ਭਗਤੀ ਵਾਲਿਆਂ ਨੂੰ ਗਿਆਨ ਦਾ ਦਾਨ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ। ਕਿਉ ਨਾ ਕਹੋ ਤਿਨ ਗਿਆਨ ਹੋਵੇ। ਤੇ ਕਵੀ ਜੀ ਕਹਿੰਦੇ ਨੇ ਭਈ ਇਹੋ ਜਿਹੇ ਜਿਹੜੇ ਸ਼ਰਧਾਵਨ ਪ੍ਰੇਮੀ ਹਨ ਕਿਉਂ ਨਾ ਉਹਨਾਂ ਨੂੰ ਗਿਆਨ ਹੋਵੇਗਾ ਪਰਮੇਸ਼ਵਰ ਦਾ। ਜਗਤੇਸ਼ਵਰ ਕੋ ਗੁਰ ਜੌਨ ਬਨੇ ਹੈ। ਜਿਨ੍ਹਾਂ ਦੇ ਸਾਰੇ ਜਗਤ ਦੇ ਈਸ਼ਵਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਗੁਰੂ ਬਣ ਜਾਣ ਭਈ ਉਹਨਾਂ ਨੂੰ ਕਿਉਂ ਨਾ ਪਰਮੇਸ਼ਵਰ ਦਾ ਗਿਆਨ ਹੋਵੇਗਾ। ਸੁਲਤਾਨਪੁਰੇ ਮਹਿ ਕੇਤਕ ਮਾਨਵ। ਇਉਂ ਸ੍ਰੀ ਸੁਲਤਾਨਪੁਰ ਸਾਹਿਬ ਜੀ ਵਿਖੇ ਬਹੁਤ ਸਾਰੇ ਕਿਤਨੇ ਮਨੁੱਖ ਜਿਹੜੇ ਸਨ ਗਿਆਨ ਸੰਪੰਨ ਭਏ ਸੁਖ ਪਾਈ। ਉਹ ਬ੍ਰਹਮ ਗਿਆਨ ਦੇ ਸਹਿਤ ਹੋ ਕਰਕੇ ਬੜੇ ਸੁਖੀ ਹੋ ਗਏ। ਬ੍ਰਹਮ ਗਿਆਨ ਤੋਂ ਭਾਵ ਕਿ ਵਾਹਿਗੁਰੂ ਪਰਮੇਸ਼ਵਰ ਦਾ ਦਰਸ਼ਨ ਕਰਕੇ ਵਾਹਿਗੁਰੂ ਕੈਸਾ ਉਹਨਾਂ ਨੇ ਦੇਖ ਲਿਆ, ਗੁਰੂ ਨਾਨਕ ਕੇ ਵਿਖਾ ਦਿੱਤਾ, ਇਉਂ ਸੁਖੀ ਹੋ ਗਏ। ਨੋਤ ਨਿੰਦ ਤਜੀ ਸਮਤਾ ਸਰਜੀ। ਤੋ ਗੁਰੂ ਸਾਹਿਬ ਜੀ ਦੀ ਐਸੀ ਮਹਿਮਾ ਹੈ, ਐਸੇ ਲੋਕਾਂ ਨੇ ਨਾ ਕਿਸੇ ਦੀ ਹੁਣ ਉਸਤਤ ਨਿੰਦਾ ਦਊ ਬਵਰਜਤ, ਸੋ ਨਾ ਕਿਸੇ ਦੀ ਉਸਤਤੀ ਕਰਦੇ ਨਾ ਕਿਸੇ ਦੀ ਨਿੰਦਿਆ ਕਰਦੇ ਹਨ। ਲਰਜੀ ਅਵਵੇਕ ਕੀ ਫੌਜ ਭਜਾਈ। ਜਿੰਨੀ ਅਗਿਆਨ ਦੀ ਫੌਜ ਸੀ ਨਾ ਸੋ ਇਸ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਬਖੀਲੀ ਇਹ ਸਭ ਕਹਿੰਦੇ ਨੇ ਦੂਰ ਕਰ ਦਿੱਤੀ ਗੁਰੂ ਸਾਹਿਬ ਨੇ। ਕਲ ਕਾਲ ਕਰਾਲ ਵਿਸਾਲ ਵਿਖੇ। ਇਹ ਜੋ ਭਿਆਨਕ ਕਲਯੁਗ ਦਾ ਸਮਾਂ ਜੋ ਹੈ ਕਿਰਪਾਲ ਗੁਰੂ ਜਨ ਲੀਨ ਬਚਾਈ। ਤੋ ਕਿਰਪਾਲੂ ਸਤਿਗੁਰਾਂ ਨੇ ਆਪਣੇ ਜਨਾਂ ਸੇਵਕਾਂ ਨੂੰ ਪਾਈ ਸਭ ਨੂੰ ਬਚਾ ਲਿਆ ਹੈ ਇਸ ਅਗਿਆਨ ਕੋਲੋਂ। ਭਾਵ ਡਿੰਬ ਵੱਡੇ ਪ੍ਰਚੰਡ ਭਏ। ਵੱਡੇ ਵੱਡੇ ਬੜੇ ਤਿੱਖੇ ਜੋ ਪਖੰਡ ਦੁਨੀਆ ਵਿੱਚ ਚੱਲੇ ਸਨ। ਤਿਨ ਖੰਡਨ ਕੋ ਮਨ ਲਾਲਸ ਆਈ। ਧੰਨ ਸਤਿਗੁਰੂ ਪਾਤਸ਼ਾਹ ਜੀ ਦੇ ਚਿੱਤ ਵਿੱਚ ਹੁਣ ਇਹ ਇੱਛਾ ਜਾਗੀ ਹੈ ਭਈ ਹੱਟ ਸਾਹਿਬ ਤੇ ਬੈਠ ਕੇ ਤਾਂ ਅਸੀਂ ਇੱਥੇ ਸੰਗਤਾਂ ਦਾ ਪਾਰ ਉਤਾਰਾ ਕਰ ਹੀ ਰਹੇ ਹਾਂ, ਪਰ ਦੁਨੀਆ ਵਿੱਚ ਪਖੰਡੀ ਲੋਕਾਂ ਨੇ ਬੜੇ ਤੇਜ਼ ਆਪਣੇ ਪਖੰਡ ਚਲਾਏ ਹੋਏ ਨੇ, ਦੁਨੀਆ ਨੂੰ ਮਗਰ ਲਾਇਆ ਹੋਇਆ ਹੈ। ਉਹਨਾਂ ਦਾ ਖੰਡਨ ਕਰਕੇ ਸੱਚ ਦੇ ਪੱਲੇ ਲਾਈਏ ਦੁਨੀਆ ਨੂੰ। ਭਾਵ ਲਾਲਨ ਗਿਆਨ ਤਰੋਵਰ ਕੋ। ਧੰਨ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਇਸ ਸਾਰੇ ਸੰਸਾਰ ਦੇ ਵਿੱਚ ਗਿਆਨ ਦਾ ਸੁੰਦਰ ਬ੍ਰਿਕਸ਼ ਮਹਾਰਾਜ ਲਾਉਣ ਵਾਸਤੇ ਕਿਰਪਾ ਕੀਤੀ ਹੈ। ਬਰਬਾਦ ਭਲੀ ਔਰ ਬੀਚ ਵਿਚਾਰੀ। ਇਹ ਸੋਹਣੀ ਵਿਚਾਰ ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ ਹੈ। ਮਨ ਨੀਵ ਕੋ ਬੀਜਨ ਪ੍ਰੇਮ। ਤੋ ਮਹਾਰਾਜ ਨੇ ਹੁਣ ਗਿਆਨ ਦਾ ਦਰਖਤ ਲਾਉਣਾ ਹੈ। ਗਿਆਨ ਦਾ ਦਰਖਤ ਲਾਉਣ ਵਾਸਤੇ ਕਵੀ ਜੀ ਕਹਿੰਦੇ ਨੇ ਕਿ ਜਿਹੜਾ ਮਨ ਨੂੰ ਨੀਵਾਂ ਕਰਨਾ ਹੈ ਇਹੀ ਕੋ ਧਰਤੀ ਬਣਾਉਣੀ ਹੈ। ਤੋ ਇਸ ਪ੍ਰਕਾਰ
ਤੇ ਜਿਹੜਾ ਪ੍ਰੇਮ ਕਰਨਾ ਹੈ ਇਸ ਤਰੀਕੇ ਦੇ ਨਾਲ, ਸੋ ਇਸ ਤਰੀਕੇ ਨਾਲ ਇਹਨੂੰ ਸਿੰਜਣਾ ਹੈ। ਸੋ ਨੇਮ ਵਦੰ ਭਗਤੀ ਤੁਕ ਮਲ ਦਇਆਰੀ। ਤੋ ਜਿਹੜਾ ਨੇਮ ਨਿਯਮ ਕਰਨਾ, ਨਿਤਨੇਮ ਕਰਨਾ ਹੈ, ਇਹ ਉਸ ਦੀ ਤੁਚਾ ਹੈ, ਛਿੱਲ ਹੈ। ਤੇ ਇਸੇ ਤਰੀਕੇ ਦੇ ਨਾਲ ਸੋ ਭਗਤੀ ਜਿਹੜੀ ਹੈ ਉਸ ਦੀ ਇਸ ਪ੍ਰਕਾਰ ਜਿਹੜੀ ਹੈ ਛਿੱਲ ਹੈ। ਇਸ ਤਰੀਕੇ ਨਾਲ ਇਹ ਗਿਆਨ ਦੀ ਪ੍ਰਾਪਤੀ ਦੇ ਸ਼ੁਭ ਗੁਣਾਂ ਨੂੰ ਇੱਕ ਦਰਖਤ ਦੇ ਅਲੰਕਾਰ ਦੇ ਵਿੱਚ ਸੋ ਕਵੀ ਜੀ ਬਿਆਨ ਕਰਦੇ ਹਨ। ਸਮਤਾ ਅਲਬਾਲ ਕਲਾਲ ਸਤੰ। ਤੋ ਇਸ ਪ੍ਰਕਾਰ ਸੋ ਸਮਤਾ ਜਿਹੜੀ ਸਮਾਨ ਬਿਰਤੀ ਕਰਨੀ ਹੈ, ਇਹ ਧਾਰਨ ਕਰਨੀ ਹੈ। ਤੇ ਇਸ ਤਰੀਕੇ ਦੇ ਨਾਲ ਸੋ ਸੱਚ ਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ। ਸੁਚ ਸੀਚਨ ਕੈ ਧ੍ਰਿਤ ਜਾਂ ਰਖਵਾਰੀ। ਧੀਰਜ ਰਖਵਾਲੀ ਹੈ, ਸੁਚਮ ਕਰਨੀ ਹੀ ਜਿਹੜੀ ਇਸ ਦੀ ਪਵਿੱਤਰਤਾ ਵਧਣਾ ਹੈ। ਧਰਮ ਅੰਕਰ ਸੰਕੁਲ ਕਰਮ ਦਲੰ। ਤੋ ਭਾਈ ਇਸ ਪ੍ਰਕਾਰ ਸੋਹਣੇ ਕਰਮਾਂ ਨੂੰ ਇਕੱਤਰ ਕਰਨਾ ਇਹ ਪੱਤਰੇ ਹਨ। ਤੇ ਇਸ ਤਰੀਕੇ ਦੇ ਨਾਲ ਸੁਚ ਤੇ ਸੰਜਮ ਆਦਿ ਜਿਹੜੇ ਇਹ ਰੱਖਣੇ ਹਨ। ਨਾਮ ਦਾ ਬੀਜ ਹੈ ਜਿਹ ਸਾਖ ਵੱਡੀ ਸਮਤੀ ਸੁਖਵਾਰੀ। ਸੋਹਣੀ ਸੁਖ ਦੇਣ ਵਾਲੀ ਸਮਾਨ ਬਿਰਤੀ ਵਾਲੀ ਇਹ ਇਸ ਦੀਆਂ ਟਾਹਣੀਆਂ ਦਾ ਵਧਣਾ ਹੈ। ਹਰ ਨਾਮ ਅਪਾਰ ਹੀ ਫੂਲ ਲੱਗੇ। ਹਰੀ ਰੂਪ ਨਾਮ ਦੇ ਹੀ ਸੋ ਬਹੁਤ ਸਾਰੇ ਅਪਾਰਾਵਾਰ ਤੋਂ ਰਹਿਤ ਫੁੱਲ ਲੱਗੇ ਹਨ। ਨਿਜ ਰੂਪ ਪਛਾਨ ਫਲਿਓ ਫਲ ਭਾਰੀ। ਤੇ ਜਿਹੜਾ ਆਪਣੇ ਨਿਜ ਸਰੂਪ ਦੀ ਪਛਾਣ ਕਰ ਲੈਣੀ ਹੈ, ਇਹੋ ਹੀ ਜਿਹੜਾ ਫਲ ਦਾ ਲੱਗਣਾ ਹੈ। ਭਾਵ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੁਨੀਆ ਦੇ ਸਾਡੇ ਕਲਯੁਗੀ ਜੀਵਾਂ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਦਾ ਗਿਆਨ ਜਿਹੜਾ ਦੇਣਾ ਹੈ, ਉਹ ਸਮਝੋ ਵੀ ਇੱਕ ਦਰਖਤ ਲਾਉਣ ਲੱਗੇ ਨੇ ਸਾਡੇ ਜੀਵਾਂ ਦੇ ਹਿਰਦਿਆਂ ਦੇ ਵਿੱਚ, ਜਿਹਦੇ ਵਾਸਤੇ ਸੋ ਨਿਤਨੇਮ ਕਰਨਾ ਹੈ, ਸੁਚਮ ਰੱਖਣੀ ਹੈ, ਨਾਮ ਦਾ ਸਿਮਰਨ ਕਰਨਾ ਹੈ, ਪਰਮੇਸ਼ਵਰ ਦੀ ਭਗਤੀ ਕਰਨੀ ਹੈ, ਮਨ ਨੂੰ ਨੀਵਾਂ ਰੱਖਣਾ, ਨਿਮਰਤਾ ਧਾਰਨ ਕਰਨੀ। ਐਸੇ ਸ਼ੁਭ ਗੁਣਾਂ ਦਾ ਪ੍ਰਚਾਰ ਕਰਕੇ ਤੋ ਧਰਮ ਦੇ ਫੁੱਲ ਖਿੜਨੇ ਨੇ ਤੇ ਆਪਣੇ ਆਪਣੇ ਸਰੂਪ ਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਜੋਤੀ ਸਰੂਪ ਜੇ ਉਸ ਦੀ ਪਛਾਣ ਕਰ ਲੈਣੀ, ਇਹੋ ਹੀ ਫਲ ਲੱਗਣਾ ਹੈ। ਰਸ ਪੂਰਨ ਹੈ ਸੁਖ ਆਤਪ ਮ੍ਰਿਤ। ਤੋ ਕਹਿੰਦੇ ਨੇ ਭਾਈ ਜਿਹੜਾ ਆਤਮ ਦਰਸ਼ਨ ਕਰ ਲੈਣਾ ਹੈ, ਇਹੋ ਹੀ ਇਸ ਪ੍ਰਕਾਰ ਜਿਹੜਾ ਹੈ ਸੋ ਜਿਹੜਾ ਆਤਮਿਕ ਆਨੰਦ ਪ੍ਰਾਪਤ ਹੋਣਾ, ਇਹੋ ਹੀ ਇਸ ਦਾ ਫਲ ਤੇ ਰਸ ਹੈ, ਜਿਹੜਾ ਰਸ ਆਉਣਾ ਹੈ ਫਲ ਦਾ। ਤੋ ਜਿਹੜੀ ਇਸ ਪ੍ਰਕਾਰ ਸੋ ਮੌਤ ਰੂਪ ਧੁੱਪ ਹੈ, ਇਸ ਤੋਂ ਅਮਰ ਕਰ ਦੇਣਾ ਇਸ ਦਾ ਅਸਰ ਹੈ। ਅੰਮ੍ਰਿਤ ਕੀ ਛਾਉ ਟਰੇ ਨਹਿ ਟਾਰੀ। ਅੰਮ੍ਰਿਤ ਰੂਪੀ ਸ਼ਾਮ ਕਰ ਦਿੰਦੇ ਨੇ ਸਤਿਗੁਰੂ ਪਾਤਸ਼ਾਹ, ਜੋ ਕਦੇ ਟਲਦੀ ਨਹੀਂ। ਭਾਵ ਕਿ ਫਿਰ ਉਸ ਨੂੰ ਮੌਤ ਨਹੀਂ ਆਵੇਗੀ, ਜੋ ਸਦਾ ਹੀ ਰਹੇਗੀ। ਇਸ ਪ੍ਰਕਾਰ ਮੌਤ ਤੋਂ ਅਮਰ ਕਰ ਦੇਣ ਵਾਲਾ ਇਹ ਗੁਰੂ ਸਾਹਿਬ ਦਾ ਗਿਆਨ ਹੈ। ਪਸ ਮੋਹ ਚਰੈ ਨਹਿ ਜਾ ਬਿਦ ਸੋ। ਤੋ ਜਿਹੜੇ ਇਸ ਪ੍ਰਕਾਰ ਪਸ਼ੂ ਮੋਹ ਰੂਪ ਪਸ਼ੂ ਜਿਹੜੇ ਨੇ ਕਾਮ ਕ੍ਰੋਧ ਆਦਿਕ, ਉਹ ਨਾ ਚਰ ਜਾਣ ਜੇ ਇਸ ਖੇਤ ਨੂੰ। ਸਤ ਸੰਗਤ ਕੀ ਚਹੁ ਪਾਸਹਿ ਬਾਰੀ। ਸਤ ਸੰਗਤ ਦੀ ਚਾਰ ਚੁਫੇਰੇ ਵਾੜ ਕਰ ਦਿੱਤੀ। ਇਹ ਗਿਆਨ ਦੇ ਬੂਟੇ ਲਾਏ ਨੇ, ਕਾਮ ਕ੍ਰੋਧ ਦੇ ਪਸ਼ੂ ਚਰ ਨਾ ਸਕਣ, ਇਸ ਵਾਸਤੇ ਰਖਵਾਲੀ ਵਾਸਤੇ ਗੁਰੂ ਦੀ ਸੰਗਤ ਬਣਾ ਦਿੱਤੀ ਹੈ। ਠਗ ਸੰਤ ਸਦਾ ਤਿਹ ਸੇਵਤ ਹੈ। ਤੋ ਭਾਈ ਹਮੇਸ਼ਾ ਹੀ ਜਿਹੜੇ ਸੰਤ ਲੋਕ ਸੋ ਇਸ ਪ੍ਰਕਾਰ ਸੇਵਾ ਕਰਦੇ ਹਨ। ਪੁਨ ਦੇਵਤ ਔਰਨ ਕੋ ਉਪਕਾਰੀ। ਤੋ ਸੰਤ ਲੋਕ ਹਮੇਸ਼ਾ ਐਸਾ ਗਿਆਨ ਪ੍ਰਾਪਤ ਕਰਦੇ ਨੇ ਤੇ ਫਿਰ ਹੋਰਨਾਂ ਨੂੰ ਸੁਖ ਦੇਣ ਵਾਸਤੇ ਉਹਨਾਂ ਨੂੰ ਵੀ ਉਪਦੇਸ਼ ਕਰਦੇ ਹਨ। ਅੱਗੇ ਦੋਹਰਾ ਸ੍ਰੀ ਚੰਦ ਤ੍ਰੈ ਬਰਖ ਕੇ। ਤੋ ਸਾਹਿਬ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਸੋ 3 ਵਰਖ ਦੇ ਜਦੋਂ ਹੋਏ ਹਨ, ਅਵਰ ਅਦਕ ਖਟ ਮਾਸ। ਤੇ 6 ਮਹੀਨੇ ਦਾ ਸਮਾਂ ਜਦੋਂ ਉੱਪਰ ਹੋਇਆ, ਬਾਬਾ ਸ੍ਰੀ ਚੰਦ ਦਾ ਜਨਮ ਹੋਇਆ ਹੈ। ਜਦੋਂ 1 ਸਾਲ ਦੇ ਹੋ ਗਏ ਨੇ, ਬੇਬੇ ਨਾਨਕੀ ਜੀ ਦੀ ਗੋਦ ਪਾ ਕੇ ਕਿਹਾ ਤੁਸੀਂ ਪਾਲਣਾ ਕਰੋ। 3.5 ਸਾਲ ਦੀ ਅਵਸਥਾ ਹੋ ਗਈ ਉਹਨਾਂ ਦੀ ਜਦੋਂ। ਜਠਰ ਬਿਖੈ ਤਿਹ ਕਾਲ ਮੈਂ। ਉਸ ਵੇਲੇ ਸੋ ਮਾਤਾ ਸੁਲੱਖਣੀ ਜੀ ਦੇ ਗਰਭ ਦੇ ਵਿੱਚ ਜਾਨੋ ਲਖਮੀ ਦਾਸ। ਲਖਮੀ ਦਾਸ ਜੀ ਜਿਹੜੇ ਨੇ ਉਹਨਾਂ ਦਾ ਇਸ ਪ੍ਰਕਾਰ ਨਿਮਣਾ ਹੋ ਗਿਆ ਹੈ। ਸਿੱਖੀ ਉਦੈ ਕਰਨ ਕੋ। ਤੋ ਸਿੱਖੀ ਨੂੰ ਇਸ ਪ੍ਰਕਾਰ ਪੈਦਾ ਕਰਨ ਵਾਸਤੇ ਮੋਦੀ ਕ੍ਰਿਤ ਤਿਆਗ। ਤੇ ਸਤਿਗੁਰੂ ਪਾਤਸ਼ਾਹ ਚਾਹੁੰਦੇ ਨੇ ਵੀ ਮੋਦੀ ਦੀ ਕਿਰਤ ਜਿਹੜੀ ਆ ਇਹ ਹੱਟ ਸਾਹਿਬ ਦੀ ਹੁਣ ਛੱਡ ਦਈਏ। ਆਗੇ ਸੁਨ ਪ੍ਰਸੰਗ ਸੋ। ਤੋ ਕਹਿੰਦੇ ਹਨ ਅੱਗੇ ਇਸ ਤੋਂ ਪ੍ਰਸੰਗ ਸੁਣੋ ਗੁਰੂ ਨਾਨਕ ਮਹਾਰਾਜ ਜੀ ਦਾ।
ਜਿਨ ਮਨ ਗੁਰ ਅਨਰਾਗ। ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਹੈ, ਗੁਰੂ ਸਾਹਿਬ ਦੇ ਐਸੇ ਪ੍ਰਸੰਗ ਨੂੰ ਸਰਵਣ ਕਰੋ। ਸੋਰਠ ਜਿਹ ਕਾਰਨ ਅਵਤਾਰ। ਜਿਸ ਕਾਰਨ ਕਰਕੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕੀਤਾ ਹੈ। ਚਿਤ ਚਿਤ ਵਿਓ ਚੇਤਨ ਸਤੰ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਤ ਚੇਤਨ ਆਨੰਦ ਸਰੂਪ ਨੇ ਹੁਣ ਚਿੱਤ ਵਿੱਚ ਇਹ ਚੇਤੇ ਕੀਤਾ ਹੈ, ਵਿਚਾਰ ਕੀਤਾ ਹੈ। ਆਗੇ ਕਿਉ ਚਾਹਤ ਵਿਸਤਾਰ। ਤੋ ਇਸ ਪ੍ਰਕਾਰ ਆਗੇ ਕਿਉ ਤੋ ਅੱਗੇ ਵਿਸਥਾਰ ਕਰਨਾ ਚਾਹੁੰਦੇ ਹਨ, ਮਨ 'ਚ ਵਿਚਾਰ ਕੀਤਾ ਹੈ। ਮੁਕਤ ਪੰਥ ਸਿੱਖੀ ਸੁਮਤ। ਤੋ ਭਾਈ ਮੁਕਤੀ ਦਾ ਪੰਥ ਜੋ ਸੁਮਤ ਸੋਹਣੀ ਮਤ ਵਾਲਾ ਸਿੱਖੀ ਦਾ ਪੰਥ ਜੋ ਹੈ। ਦੋਹਰਾ ਬਾਲੇ ਸੋ ਬੋਲੇ ਪ੍ਰਭੂ। ਧੰਨ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਬਾਲਾ ਜੀ ਨਾਲ ਬੋਲੇ ਬਚਨ ਕਰਦੇ ਹਨ। ਜਗਤ ਲਾਜ ਕੋ ਸ਼ੋਰ। ਕਹਿੰਦੇ ਜਗਤ ਦੀ ਲਾਜ ਛੱਡ ਕੇ ਗੁਰੂ ਸਾਹਿਬ ਨੇ ਬਚਨ ਕੀਤਾ ਭਾਈ ਬਾਲਾ ਜੀ ਨੂੰ। ਅਪਰ ਰੀਤ ਵਰਤ ਹੈ ਅਬ ਹੈ। ਕਹਿੰਦੇ ਭਾਈ ਬਾਲਾ ਜੀ ਹੁਣ ਅਸੀਂ ਕਿਸੇ ਹੋਰ ਹੀ ਤਰੀਕੇ ਦੀ ਮਰਜ਼ਾਦਾ ਵਰਤਣੀ ਹੈ ਦੁਨੀਆ ਵਿੱਚ। ਰਹੋ ਬੇਬੇ ਘਰ ਔਰ। ਤੇ ਤੁਸੀਂ ਇੰਜ ਕਰੋ ਹੁਣ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਤੁਸੀਂ ਰਿਹਾ ਕਰਿਓ। ਤਥਾ ਭਗੀਰਥ ਸੋ ਭੰਨਿਓ। ਇਸੇ ਤਰ੍ਹਾਂ ਭਾਈ ਭਗੀਰਥ ਨੂੰ ਜੋ ਵੀ ਹੁਕਮ ਕਰ ਦਿੱਤਾ ਹੈ। ਕਬ ਕਬ ਦਰਸ ਹੋ ਆਏ। ਭਾਈ ਤੁਸੀਂ ਭਗੀਰਥ ਜੀ ਬੇਬੇ ਜੀ ਦੇ ਘਰ ਰਹੋ, ਕਦੇ ਕਦੇ ਆ ਕੇ ਸਾਡਾ ਦਰਸ਼ਨ ਕਰਿਆ ਕਰੋ, ਅਸੀਂ ਕੁਝ ਹੋਰ ਕੌਤਕ ਕਰਨਾ ਹੈ। ਅਸੀਂ ਪੂਰਬ ਕੇ ਵਿਵਹਾਰ ਕੋ ਜੋ। ਜਿਹੜੇ ਪੂਰਬਲੇ ਪਹਿਲਾਂ ਵਾਲੇ ਵਿਹਾਰ ਹਨ ਨਾ ਪਹਾੜ ਸਾਹਿਬ ਦੇ ਤੱਕੜੀ ਤੋਲਣੀ ਕੰਮ ਕਰਨਾ ਜੋ। ਤਿਨਹੁ ਨਾ ਅਬ ਮਨ ਲਿਆਏ। ਹੁਣ ਤੁਸੀਂ ਇਹਨਾਂ ਨੂੰ ਮਨ ਤੇ ਨਾ ਲਿਆਓ ਵੀ ਹੁਣ ਇਹੀ ਕੰਮ ਕਰਨਾ ਅਸੀਂ, ਇਹਨੂੰ ਤਿਆਗ ਦਿਓ। ਸਵਈਆ ਏਕ ਸਮੇਂ ਜਲ ਈਸਰ ਕੋ। ਤੋਂ ਦੱਸਦੇ ਨੇ ਵੀ ਇੱਕ ਸਮੇਂ ਜੋ ਜਲ ਦਾ ਈਸ਼ਰ ਵਰਣ ਦੇਵਤਾ ਜੋ ਹੈ। ਸੁਖ ਰਾਸ ਆਕਾਸ਼ ਭਈ ਸੁਭ ਬਾਣੀ। ਸੁੱਖਾਂ ਦੇ ਖਜ਼ਾਨੇ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਆਕਾਸ਼ ਬਾਣੀ ਹੋਈ ਹੈ। ਨਾਨਕ ਪਾਸ ਹੁਲਸਾਏ ਸੋ। ਤੋਂ ਉਤਸ਼ਾਹ ਦੇ ਸਹਿਤ ਹੋ ਕੇ ਤੁਸੀਂ ਗੁਰੂ ਨਾਨਕ ਸਾਹਿਬ ਕੋਲ ਜਾਓ। ਪਠਵ ਤੁਮ ਜਾ ਸੋ ਹਿਰਦੇ ਸੁਖ ਦਾਨੀ। ਤੁਸੀਂ ਜਾ ਕਰਕੇ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਨੂੰ ਸਾਡੇ ਪਾਸ ਭੇਜੋ। ਆਕਾਸ਼ ਬਾਣੀ ਕਹਿੰਦੇ ਵਰਣ ਦੇਵਤੇ ਨੂੰ ਹੋਈ ਹੈ, ਸੁਨੇਹਾ ਦਿੱਤਾ ਗਿਆ ਹੈ। ਕਾਨ ਸੁਨੀ ਮਨ ਮਾਨ ਗੁਨੀ। ਤੋ ਭਾਈ ਕੰਨਾਂ ਵਿੱਚ ਸੁਣ ਕੇ ਵਰਣ ਦੇਵਤੇ ਨੇ ਮਨ ਵਿੱਚ ਮੰਨ ਕੇ ਵਿਚਾਰ ਕੀਤਾ। ਭਈ ਦੇਹ ਦੁਨੀ ਤਰ ਜਯੋ ਮਿਲ ਪਾਨੀ। ਤੋ ਇਸ ਪ੍ਰਕਾਰ ਸੋ ਜਿਸ ਤਰ੍ਹਾਂ ਦਰਖਤ ਨੂੰ ਪਾਣੀ ਮਿਲ ਜਾਏ ਉਹ ਦੂਣਾ ਵੱਧਦਾ ਹੈ। ਇਹ ਆਕਾਸ਼ਬਾਣੀ ਸੁਣ ਕਰਕੇ ਉਸ ਨੂੰ ਬਹੁਤ ਖੁਸ਼ੀ ਹੋਈ ਹੈ। ਦੇਹ ਧਰੀ ਕਰਤਾਰ ਹਰੀ। ਤੇ ਹਰੀ ਪਰਮੇਸ਼ਵਰ ਨੇ ਜੋ ਸਰੀਰ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ। ਬਿਦ ਹੋਏ ਖਰੀ ਪਰਸੋਂ ਗਤ ਦਾਨੀ। ਤੋ ਕਹਿੰਦਾ ਹੈ ਕਿ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਦੇ ਮੈਨੂੰ ਇਸ ਬਹਾਨੇ ਹੁਣ ਦਰਸ਼ਨ ਹੋ ਜਾਣਗੇ। ਇਉਂ ਖੁਸ਼ ਹੋਇਆ ਵਰਣ ਦੇਵ, ਪਾਣੀ ਦਾ ਦੇਵਤਾ ਮੰਨਿਆ ਹੈ। ਵੇਈ ਮੈਂ ਆਏ ਨਿਵਾਸ ਕਰ। ਇਹ ਕਿ ਵਰਣ ਦੇਵਤਾ ਜਿਹੜਾ ਉਸ ਨੇ ਆਣ ਕੇ ਵੇਈ ਨਦੀ ਜਿਹੜੀ ਸੁਲਤਾਨਪੁਰ ਸਾਹਿਬ ਦੇ ਨਾਲ ਉਹਦੇ ਵਿੱਚ ਆਣ ਕੇ ਵਾਸਾ ਕਰ ਲਿਆ। ਜਿਹ ਪਾਸ ਆਵਾਸ ਗੁਰੂ ਤਨ ਧਾਰੀ। ਜਿਸ ਦੇ ਕੋਲ ਸਰੀਰ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਸਨ। ਆਨ ਸਨਾਨ ਕਰੇ ਜਿਹ ਥਾਨ ਰਹਿਓ। ਜਿਸ ਥਾਨ ਦੇ ਉੱਤੇ ਗੁਰੂ ਸਾਹਿਬ ਜੀ ਆਣ ਕੇ ਇਸ਼ਨਾਨ ਕਰੇ ਕਰਦੇ ਸਨ। ਰਹਿਓ ਮਤਵਾਨ ਤਹਾਂ ਮਿਲਵਾਰੀ। ਤੋ ਪਾਣੀ ਵਿੱਚ ਮਿਲ ਕੇ ਵਰਣ ਦੇਵਤਾ ਉੱਥੇ ਆਣ ਕੇ ਟਿਕ ਗਿਆ ਹੈ। ਜਾਤ ਵੱਡੀ ਪ੍ਰਭਾਤ ਕੋ ਨਾਤ। ਧੰਨ ਗੁਰੂ ਨਾਨਕ ਸਾਹਿਬ ਜੀ ਵੱਡੇ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਦੇ ਸਨ ਉਸ ਵੇਈ ਦੇ ਵਿੱਚ। ਕਿਦੋਂ ਰਸ ਸਾਤ ਕਲੇਵਰ ਚਾਰੀ। ਸੁੰਦਰ ਕਲੇਵਰ ਸਰੀਰ ਗੁਰੂ ਨਾਨਕ ਸਾਹਿਬ ਮਾਨੋ ਕਿ ਸ਼ਾਂਤ ਰਸ, ਸ਼ਾਂਤੀ ਦਾ ਇਸ ਸਰੂਪ ਹੈ। ਮੇਰੇ ਹਜੂਰ ਇਸ਼ਨਾਨ ਕਰਿਆ ਕਰਦੇ ਸਨ। ਬਾਸੁਰਤਾ ਇਕ ਦਾਸ ਹੈ ਪਾਸ। ਉਸ ਦਿਨ ਇੱਕ ਦਿਨ ਮਹਾਰਾਜ ਇੱਕ ਸੇਵਕ ਸੀ ਗੁਰੂ ਸਾਹਿਬ ਦੇ ਨਾਲ। ਸੋ ਬਾਸ ਲੀਏ ਕਰੀ ਸੰਗ ਤਿਆਰੀ। ਤੋਂ ਬਸਤਰ ਲੈ ਕੇ ਗੁਰੂ ਸਾਹਿਬ ਦੇ ਨਾਲ ਤਿਆਰੀ ਕੀਤੀ ਹੈ। ਉਸ ਵੇਲੇ ਗੁਰੂ ਸਾਹਿਬ ਦੇ ਕੋਲ ਭਾਈ ਭਗੀਰਥ ਤੇ ਭਾਈ ਬਾਲਾ ਦੋਨੋਂ ਸੇਵਕ ਸਨ। ਇਹਨਾਂ ਦੋਨਾਂ ਚੋਂ ਇੱਕ ਪ੍ਰੇਮੀ ਨਾਲ ਸੀ, ਬਸਤਰ ਲਏ ਗੁਰੂ ਸਾਹਿਬ ਦੇ ਨਾਲ। ਆਪਨ ਤੇ ਚਲ ਨੀਰ ਕੇ ਤੀਰ। ਤੋਂ ਹੱਟ ਸਾਹਿਬ ਤੋਂ ਉੱਠ ਕੇ ਗੁਰੂ ਸਾਹਿਬ ਜੀ ਵੇਈ ਨਦੀ ਤੇ ਕਿਨਾਰੇ ਤੇ ਗਏ ਹਨ। ਪੈ ਦੰਤਨ ਧਾਵਨ ਆਨ ਕਰੀ। ਤੋਂ ਮਹਾਰਾਜ ਨੇ ਆਣ ਕੇ ਵੇਈ ਦੇ ਕਿਨਾਰੇ ਤੇ ਸੋ ਇਸ ਪ੍ਰਕਾਰ ਦਾਤਣ ਕੀਤੀ ਹੈ। ਗਾਡ ਦਈ ਧਰ ਹੋਤ ਭਇਓ ਤਰ। ਕਹਿੰਦੇ ਗੁਰੂ ਸਾਹਿਬ ਨੇ ਦਾਤਣ ਕਰਕੇ ਉਹ ਦਾਤਣ ਧਰਤੀ ਦੇ ਵਿੱਚ ਗੱਡ ਦਿੱਤੀ ਵੇਈ ਦੇ ਕਿਨਾਰੇ ਤੇ ਉਹ ਇੱਕ ਦਰਖਤ ਬਣ ਗਿਆ।
ਹੈ ਅਬਲੋ ਬਰਸੋਂ ਬਦਰੀ। ਤੋ ਸੋਹਣਾ ਕਹਿੰਦੇ ਨੇ ਇਸ ਵੇਲੇ ਉਹ ਬੇਰੀ ਦਾ ਦਰਖਤ ਜਿਹੜਾ ਅਜੇ ਤੱਕ ਕਾਇਮ ਹੈ। ਤੋ ਇਸ ਪ੍ਰਕਾਰ ਸੋ ਸੁਲਤਾਨਪੁਰ ਸਾਹਿਬ ਆਨਨ ਅਰਨ ਜਾਤ ਪਖਾਰਤ। ਫਿਰ ਗੁਰੂ ਸਾਹਿਬ ਜੀ ਨੇ ਆਪਣਾ ਪਵਿੱਤਰ ਕਮਲ ਸਰੀਖੇ ਮੁਖ ਨੂੰ ਵੇਈ ਨਦੀ ਦੇ ਜਲ ਨਾਲ ਧੋਤਾ ਹੈ। ਦਾਤ ਜਯੋ ਹੀਰਨ ਪਾਤ ਖਰੀ। ਮਹਾਂ ਨੇ ਦੰਦ ਸਾਫ਼ ਕੀਤੇ ਨੇ ਜਿਵੇਂ ਹੀਰਿਆਂ ਦੀ ਪੰਕਤੀ ਜੁੜੀ ਹੋਈ ਹੋਵੇ। ਹਾੜ ਹੋਵੇ ਤੀਰ ਦਇਓ ਪਦ ਨੀਰ। ਖੜੇ ਹੋ ਕਰਕੇ ਮਹਾਰਾਜ ਨੇ ਆਪਣਾ ਚਰਨ ਫਿਰ ਪਾਣੀ ਦੇ ਵਿੱਚ ਟਿਕਾਇਆ ਹੈ ਵੇਈ ਨਦੀ ਵਿੱਚ। ਗਏ ਮਦ ਧੀਰ ਅਧੀਰ ਹਰੀ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਧੀਰਜ ਧਾਰੀ ਸਤਿਗੁਰੂ ਜੀ ਸੋ ਅਧੀਰਜ ਨੂੰ ਦੂਰ ਕਰਨ ਵਾਲੇ, ਡਾਵਾਂ ਡੋਲ ਮਨ ਨੂੰ ਦੂਰ ਕਰਨ ਵਾਲੇ, ਟਿਕਾ ਦੇਣ ਵਾਲੇ ਗੁਰੂ ਸਾਹਿਬ ਜੀ ਸੋ ਉਹ ਜਲ ਵੇਈ ਨਦੀ ਦੇ ਪਾਣੀ ਦੇ ਵਿਚਾਲੇ ਚਲੇ ਗਏ ਹਨ। ਬਾਰ ਵਿਖੇ ਇੱਕ ਬਾਰ ਕਿਉਂ ਬਪ। ਮੇਰੇ ਸਤਿਗੁਰੂ ਨੇ ਇੱਕ ਵਾਰ ਆਪਣੇ ਸਰੀਰ ਨੂੰ ਪਾਣੀ ਦੇ ਵਿੱਚ ਚੁੱਭੀ ਲਾਈ ਹੈ। ਆਨ ਖਰਾ ਪਤ ਬਾਰ ਅਗਾਰੀ। ਤਾਂ ਉਹ ਪਾਣੀ ਦਾ ਜਿਹੜਾ ਦੇਵਤਾ ਸੀ ਵਰਣ ਦੇਵ ਆਣ ਕੇ ਗੁਰੂ ਚਰਨਾਂ ਚ ਅੱਗੇ ਖੜਾ ਹੋ ਗਿਆ, ਹਾਜ਼ਰ ਹੋ ਗਿਆ ਹੈ। ਆਨੰਦ ਕੰਦ ਪਦੰ ਅਰਬਿੰਦ। ਤੋ ਚਰਨ ਕਮਲਾਂ ਵਰਗੇ ਜਿਨ੍ਹਾਂ ਦੇ ਹਨ, ਆਨੰਦ ਦੇ ਦਾਤੇ ਹਨ ਸਤਿਗੁਰੂ ਪਾਤਸ਼ਾਹ। ਕਰ ਬੰਦ ਹੈ ਬੰਧਨ ਧਾਰੀ। ਤੋ ਗੁਰੂ ਸਾਹਿਬ ਦੇ ਚਰਨਾਂ ਤੇ ਉਸ ਨੇ ਆਣ ਕੇ ਵਰਣ ਦੇਵਤੇ ਨੇ ਨਮਸਕਾਰ ਕੀਤੀ ਹੈ। ਲੋਚਨ ਗੋਚਰ ਸੋਚ ਬਮੋਚਨ। ਸੋਚਾਂ ਨੂੰ ਦੂਰ ਕਰਨ ਵਾਲੇ, ਨੇਤਰਾਂ ਦੇ ਨਾਲ ਦਰਸ਼ਨ ਦੇਣ ਵਾਲੇ ਸਤਿਗੁਰੂ ਨਾਨਕ ਸਾਹਿਬ ਨੇ। ਰੂਪ ਬਿਲੋਕਤ ਭਾ ਸੁਖ ਭਾਰੀ। ਇਹ ਵਰਣ ਦੇਵਤਾ ਦਰਸ਼ਨ ਕਰਕੇ ਬੜਾ ਭਾਰੀ ਸੁਖੀ ਹੋ ਗਿਆ ਹੈ। ਬੋਲ ਕਪੋਲਨ ਬੋਲਤ ਭਾ ਹਰ ਖਾਏ। ਤੋ ਕਹਿੰਦੇ ਨੇ ਆਪਣੇ ਮੁਖ ਤੋਂ ਇਸ ਪ੍ਰਕਾਰ ਗੁਰੂ ਸਾਹਿਬ ਨੂੰ ਬਚਨ ਕੀਤਾ, ਕਹਿੰਦਾ ਹੈ ਅਤੋਲਤ ਹੋਵੇ ਬਲਿਹਾਰੀ। ਤੋ ਕਹਿੰਦਾ ਮਹਾਰਾਜ ਬਲਹਾਰ ਕੁਰਬਾਨ ਜਾਈਏ ਆਪ ਜੀ ਤੋਂ। ਬਾਣੀ ਆਕਾਸ ਭਈ ਸੁਖ ਰਾਸ ਕੀ। ਕਿਉਂਕਿ ਮਹਾਰਾਜ ਸੁੱਖਾਂ ਦੇ ਖਜ਼ਾਨੇ ਅਕਾਲ ਪੁਰਖ ਪਰਮੇਸ਼ਵਰ ਦੀ ਸੱਚਖੰਡ ਤੋਂ ਜੋ ਬਾਣੀ ਆਕਾਸ਼ ਬਾਣੀ ਹੋਈ ਹੈ ਜੀ। ਜਾਵਹ ਪਾਸ ਅਬੇ ਕਰਤਾਰਾ। ਤੇ ਮਹਾਰਾਜ ਆਪ ਜਾਣਦੇ ਹੋ, ਕਿਰਪਾ ਕਰਕੇ ਤੁਸੀਂ ਵਾਹਿਗੁਰੂ ਪਰਮੇਸ਼ਵਰ ਦੇ ਕੋਲ ਜਾਓ ਜੀ। ਆਕਾਸ਼ ਬਾਣੀ ਦੁਆਰਾ ਤੁਹਾਨੂੰ ਬੁਲਾਇਆ ਹੈ। ਸ੍ਰੀ ਸੱਚਖੰਡ ਅਖੰਡ ਸਦਾ। ਜੋ ਸੱਚਖੰਡ ਹੈ ਸਦਾ ਹੀ ਇੱਕ ਰਸ ਹੈ। ਭਾਵ ਮੁੰਡਨ ਬਾਸ ਜਹਾਂ ਸੁਖ ਭਾਰਾ। ਜਿਹੜੇ ਇਸ ਪ੍ਰਕਾਰ ਭਵ ਸੰਸਾਰ ਨੂੰ ਭੂਖਸ਼ਤ ਕੀਤਾ, ਸਜਾਇਆ ਹੈ, ਐਸੇ ਵਾਹਿਗੁਰੂ ਪਰਮੇਸ਼ਵਰ ਦੇ ਕੋਲ ਤੁਸੀਂ ਜਾਓ ਜੀ। ਜਿਉ ਸੁਨ ਸ੍ਰੀ ਗੁਰ ਬੈਨ ਭਨੇ। ਇਉਂ ਸੁਣ ਕਰਕੇ ਗੁਰੂ ਸਾਹਿਬ ਨੇ ਬਚਨ ਕੀਤੇ। ਸੁਧ ਜਾਂ ਬਿਦ ਕੀ ਉਰ ਮੈਂ ਵਰਤਾਰਾ। ਤੋ ਕਹਿੰਦੇ ਨੇ ਸਾਨੂੰ ਇਸ ਗੱਲ ਦੀ ਖਬਰ ਹੈ ਕਿ ਵਾਹਿਗੁਰੂ ਪਰਮੇਸ਼ਵਰ ਜੀ ਦਾ ਹੁਕਮ ਆਇਆ ਹੈ। ਭੂਪਨ ਭੂਪਤ ਜੋਤ ਸਰੂਪ। ਜੋਤੀ ਸਰੂਪ ਹਨ, ਰਾਜਾਂ ਦੇ ਰਾਜਾ ਰੂਪ ਜੋ ਹਨ। ਅਨੂਪ ਪੈ ਜਾਏ ਹਉ ਹੀਨ ਅਵਾਰਾ। ਕਹਿੰਦੇ ਨੇ ਉਪਮਾ ਤੋਂ ਰਹਿਤ ਉਸ ਮਾਲਕ ਸੱਚਖੰਡ ਵਾਸੀ ਜੀ ਦੇ ਨਿਰਗੁਣ ਬ੍ਰਹਮ ਜੀ ਦੀ ਹਜ਼ੂਰੀ ਵਿੱਚ ਬਿਨਾਂ ਦੇਰ ਤੋਂ ਅਸੀਂ ਜਾਂਦੇ ਹਾਂ। ਜਿਉ ਕਹਿ ਬੈਨ ਗਏ ਗਤ ਦੈਨ। ਇਉਂ ਬਚਨ ਕੀਤਾ, ਮੁਕਤੀ ਦਾਤਾ ਸਤਿਗੁਰੂ ਜੀ ਪਾਣੀ ਵਿੱਚ ਚੁੱਭੀ ਮਾਰੀ ਹੈ। ਵਰਣ ਦੇਵਤੇ ਨਾਲ ਗੱਲ ਹੋਈ, ਉੱਥੋਂ ਹੀ ਗੁਰੂ ਪਾਤਸ਼ਾਹ ਬਾਹਰ ਨਹੀਂ ਆਏ ਪਾਣੀ ਤੋਂ। ਉਸੇ ਵੇਲੇ ਪਰਮੇਸ਼ਰ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਚਲੇ ਗਏ ਹਨ। ਗੁਰੂ ਗੁਣ ਐਨ ਜਹਾਂ ਦਰਬਾਰਾ। ਤੋ ਗੁਣਾਂ ਦੇ ਖਜ਼ਾਨੇ ਗੁਰੂ ਸਾਹਿਬ ਜੀ ਜਿੱਥੇ ਪਰਮੇਸ਼ਵਰ ਦਾ ਸੱਚਖੰਡ ਦਰਬਾਰ ਹੈ, ਸੱਚਖੰਡ ਵਸਿਆ ਨਿਰੰਕਾਰ, ਮਹਾਰਾਜ ਉੱਥੇ ਪਹੁੰਚ ਗਏ। ਦਾਸ ਸੋ ਬਾਸ ਲੀਏ ਕਰ ਆਸ। ਤੋ ਬੜੀ ਆਸਾ ਕਰਕੇ ਹੱਥ ਵਿੱਚ ਗੁਰੂ ਸਾਹਿਬ ਦੇ ਬਸਤਰ ਲੈ ਕੇ ਸੇਵਕ ਕਿਨਾਰੇ ਤੇ ਖੜਾ ਦੇਖਦਾ ਹੈ। ਨਿਰਾਸ ਭਇਆ ਪਛਤਾਸ ਵਿਚਾਰਾ। ਤੋ ਬਹੁਤ ਨਿਰਾਸ਼ ਹੋ ਕੇ ਪਛਤਾਉਂਦਾ ਹੈ ਕਿ ਮਹਾਰਾਜ ਚੁੱਭਾ ਲਾਇਆ ਸੀ, ਬਾਹਰ ਨਹੀਂ ਆਏ ਹਨ। ਕਾਲ ਭਇਓ ਬਹੁ ਬੀਚ ਕੇ ਕਾਲ ਕੀ। ਦੇਖਿਆ ਭਈ ਜਲ ਦੇ ਵਿੱਚ ਗੁਰੂ ਸਾਹਿਬ ਨੂੰ ਚੁੱਭੀ ਮਾਰਿਆ ਬਹੁਤ ਸਮਾਂ ਹੋ ਗਿਆ ਹੈ। ਆਨ ਦਇਆਲ ਨ ਕੂਲ ਸੰਭਾਰਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕੋਲ ਕਿਨਾਰੇ ਤੇ ਦੁਬਾਰਾ ਆਣ ਕਰਕੇ ਮਹਾਰਾਜ ਸੰਭਾਲੇ ਪਾਰ ਨਹੀਂ ਆਏ ਹਨ। ਹਉ ਬਿਸਮਾਦ ਧਰੇ ਦ੍ਰਿਤ ਪਾਦ। ਤੋ ਕਹਿੰਦਾ ਨਾ ਇਸ ਪ੍ਰਕਾਰ ਘਬਰਾ ਕੇ ਬੜੀ ਕਾਹਲੀ ਦੇ ਨਾਲ ਆਪਣੇ ਚਰਨਾਂ ਦਾ ਚੱਲਦਾ ਹੋਇਆ। ਬਿਨਾ ਅਹਲਾਦ ਗਇਓ ਮਨ ਮਾਰਾ। ਤੋ ਮਰੇ ਹੋਏ ਮਨ ਦੇ ਨਾਲ ਝੂਰਦਾ ਹੋਇਆ ਬਿਨਾ ਆਨੰਦ ਤੋਂ ਬੜੀ ਤੇਜ਼ੀ ਨਾਲ ਗਿਆ ਹੈ ਸੇਵਕ। ਹੈ ਪਟ ਪਾਨ ਹਿਰਦੇ ਅਕੁਲਾਨ। ਹੱਥ ਵਿੱਚ ਬਸਤਰ ਗੁਰੂ ਸਾਹਿਬ ਦੇ ਫੜੇ ਨੇ, ਦਿਲ ਵਿੱਚ ਘਬਰਾਇਆ ਹੋਇਆ ਬੜਾ ਤੇਜ਼ੀ ਨਾਲ ਭੱਜਾ ਜਾ ਰਿਹਾ ਹੈ। ਸੋ ਦੌਲਤ ਖਾਨ ਕੇ ਭੌਨ ਧਇਓ। ਤੋ ਜਾ ਕਰਕੇ ਦੌਲਤ ਖਾਨ ਨਵਾਬ ਰਾਜੇ ਦੇ ਘਰ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ ਹੈ ਛੇਤੀ ਨਾਲ। ਨੀਰ ਬਹੀਨ
ਪਠੀਨ ਅਧੀਨ। ਤੋ ਇਸ ਪ੍ਰਕਾਰ ਸੋ ਕਹਿੰਦੇ ਜਿਸ ਤਰੀਕੇ ਦੇ ਨਾਲ ਸੋ ਮੱਛੀ ਜਿਹੜੀ ਪਾਣੀ ਤੋਂ ਬਿਨਾਂ ਤੜਫਦੀ, ਇਹੋ ਜੀ ਸੇਵਕ ਦੀ ਹਾਲਤ ਸੀ ਉਸ ਵੇਲੇ। ਤੈਂ ਚੀਨ ਸਭੇ ਨਰ ਬੂਝ ਕਿਉ। ਤੋ ਉਸ ਵੇਲੇ ਜੋ ਪਹਿਰੇਦਾਰ ਹੋਣਗੇ, ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ ਹੈ, ਤੋ ਦੌਲਤ ਖਾਂ ਰਾਜਾ ਜਿਹੜਾ ਹੈ ਉਹਦੇ ਘਰ ਵਿੱਚ ਗਿਆ ਖਬਰ ਦੇਣ ਵਾਸਤੇ। ਜਿਹੜੇ ਸੇਵਾਦਾਰ ਪੁੱਛਦੇ ਹਨ ਉਸ ਨੂੰ, ਭੂਰ ਬਸੂਰਤ ਦੌਰਤ ਬੋਰਤ। ਬੜਾ ਕਮਲਾ ਹੋਇਆ, ਝੂਰਦਾ ਹੋਇਆ, ਬੜੀ ਤੇਜ਼ੀ ਦੇ ਨਾਲ ਗਿਆ ਹੈ। ਕਹੂੰ ਕੋ ਉਤਰ ਕੋ ਨਾ ਦਿਓ। ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ ਤੇ ਅਬ ਤੇਜ਼ੀ ਨਾਲ ਦੌਲਤ ਖਾਂ ਦੇ ਪਾਸ ਪਹੁੰਚ ਗਿਆ। ਭੂਪ ਸਭਾ ਮਹਿ ਜਾਏ ਕਹਿਓ। ਤੋ ਜਿੱਥੇ ਰਾਜਾ ਸਭਾ 'ਚ ਬੈਠਾ ਸੀ ਉਹਨੂੰ ਜਾ ਕੇ ਕਹਿ ਦਿੱਤਾ ਹੈ, ਬਾਰ ਬਾਰ ਵਿਖੇ ਨਹਿ ਉਬਰਿਓ। ਭਾਈ ਸ੍ਰੇਸ਼ਟ ਜਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਚੁੱਭਾ ਮਾਰਿਆ ਤੇ ਮੁੜ ਕੇ ਉਬਰਿਓ ਬਾਹਰ ਨਹੀਂ ਆਏ ਹਨ। ਹਉ ਬਹੁ ਬਾਰ ਹੀ ਬਾਰ ਨਿਹਾਰ। ਮੈਂ ਤਾਂ ਬਹੁਤ ਵਾਰੀ ਜਲ ਵੱਲ ਦੇਖਦਾ ਰਿਹਾ ਹਾਂ। ਲੱਗੀ ਨਹਿ ਬਾਰ ਜੋ ਦੌਰ ਆਇਓ। ਤੋ ਕੋਈ ਦੇਰ ਨਹੀਂ ਲੱਗੀ ਤੇ ਮੈਂ ਇਹ ਗੱਲ ਦੇਖ ਕੇ ਭੱਜ ਕੇ ਤੁਹਾਡੇ ਕੋਲ ਆਇਆ ਹਾਂ ਰਾਜਾ ਸਾਹਿਬ ਜੀ। ਸੋ ਸੁਨ ਕੇ ਮਨ ਮੈਂ ਗੁਣ। ਤੋ ਉਹ ਸੁਣ ਕਰਕੇ ਮਨ 'ਚ ਵਿਚਾਰ ਕਰਦਾ ਹੈ। ਤਾਂ ਸਿਨ ਜੀਨ ਕੀ ਕਾਨ ਪਵਾਏ ਲਿਓ। ਝੱਟ ਹੀ ਉਸ ਨੇ ਹੁਕਮ ਕੀਤਾ ਤੇ ਆਪਣੇ ਘੋੜੇ ਦੇ ਉੱਤੇ ਕਾਠੀ ਪਵਾ ਲਈ ਹੈ। ਕੇਵਟ ਕੋ ਬਲਵਾਏ ਤਵਾਏ ਕੇ। ਉਸੇ ਵੇਲੇ ਹੀ ਘੋੜਾ ਭਜਾਇਆ, ਜਾ ਕਰਕੇ ਜਿਹੜੇ ਮਲਾਹ ਲੋਕ ਨੇ ਚੋਬੇ ਹੁੰਦੇ ਨੇ ਚੁੱਭੀਆਂ ਉਹਨਾਂ ਨੂੰ ਬੁਲਾ ਲਿਆ ਹੈ। ਆਏ ਵੇਈ ਤਟ ਠਾਂਡ ਭਇਓ। ਤੋ ਆਣ ਕਰਕੇ ਵੇਈ ਨਦੀ ਦੇ ਕਿਨਾਰੇ ਤੇ ਖੜੇ ਹੋ ਗਏ ਸਾਰੇ। ਰੌਰ ਪਰਾ ਪੁਰ ਦੌਰ ਚੱਲੇ ਨਰ। ਜਿਸ ਵੇਲੇ ਭਾਈ ਸੁਲਤਾਨਪੁਰ ਸਾਹਿਬ ਦੇ ਵਿੱਚ ਇਹ ਗੱਲ ਖਬਰ ਪਹੁੰਚੀ ਵੀ ਗੁਰੂ ਨਾਨਕ ਸਾਹਿਬ ਜਲ ਦੇ ਵਿੱਚ ਚੁੱਭੀ ਮਾਰੀ ਤੇ ਬਾਹਰ ਨਹੀਂ ਆਏ, ਸਭ ਦੁਨੀਆ ਦੌੜ ਕੇ ਉਸ ਪਾਸੇ ਨੂੰ ਦੇਖਣ ਗਈ ਵੀ ਕੀ ਹੋਇਆ। ਔਰ ਉਠਿਓ ਉਰ ਠੌਰ ਛਾਇਓ। ਤੋ ਭਾਈ ਸਾਰਿਆਂ ਦੇ ਮਨ ਵਿੱਚ ਹੌਲ ਪੈਦਾ ਹੋਇਆ, ਸਾਰੇ ਭੱਜ ਕਰਕੇ ਉਸ ਥਾਂ ਤੇ ਗਏ ਹਨ। ਬਾਤ ਜੈ ਰਾਮ ਸੁਨੀ ਜਬ ਕਾਨ। ਜਦੋਂ ਭਈਆ ਜੈ ਰਾਮ ਜੀ ਨੇ ਕੰਨਾਂ ਵਿੱਚ ਇਹ ਗੱਲ ਸੁਣੀ ਅਚਨਚੇਤ, ਫਨੀ ਮਨਹੀਨ ਜਯੋ ਮੀਨ ਅਨੀਰਾ। ਤੋ ਜਿਸ ਤਰ੍ਹਾਂ ਸੋ ਫਨੀਅਰ ਸੱਪ ਜਿਹੜਾ ਮਣੀ ਵਾਲਾ, ਉਹਦੀ ਮਣੀ ਗੁਆਚ ਜੇ ਤੇ ਕਮਲਾ ਹੋ ਜਾਂਦਾ ਹੈ। ਜਿਸ ਤਰ੍ਹਾਂ ਪਾਣੀ ਸੁੱਕ ਜਾਏ ਤੇ ਮੱਛੀ ਤੜਫਦੀ ਹੈ, ਇਸ ਤਰ੍ਹਾਂ ਦੀ ਹਾਲਤ ਬਣ ਗਈ। ਧਾਏ ਧਰੇ ਧਰਨੀ ਪਦ ਤੂਰਨ। ਝੱਟ ਭੱਜ ਕਰਕੇ ਧਰਤੀ ਦੇ ਉੱਤੇ ਕਦਮ ਰੱਖਦਾ ਹੋਇਆ ਉਸ ਪਾਸੇ ਗਿਆ ਹੈ। ਧੀਰ ਹਰੀ ਔਰ ਧਾਰ ਅਧੀਰਾ। ਤੋ ਆਪਣਾ ਹੌਸਲਾ ਹਿੱਲ ਗਿਆ ਹੈ, ਧੀਰਜ ਨਹੀਂ ਰਿਹਾ, ਹੌਸਲਾ ਨਹੀਂ ਰਿਹਾ, ਭੱਜ ਕੇ ਗਿਆ ਹੈ। ਪੀਰ ਅਪਾਰ ਨ ਪਾਵਹਿ ਪਾਰ। ਤੇ ਇਸ ਪ੍ਰਕਾਰ ਬੜਾ ਭਾਰੀ ਕਸ਼ਟ ਦੁੱਖ ਹੈ, ਪਰ ਹੁਣ ਉਸਦਾ ਕਿਨਾਰਾ ਕੋਈ ਨਹੀਂ ਮਿਲਦਾ, ਕੀ ਕਰੀਏ। ਵਿਖੇ ਨਹਿ ਰੂਪ ਨ ਸ਼ਾਂਤ ਸਰੀਰਾ। ਸ਼ਾਂਤ ਸਰੂਪ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਰੀਰ ਦਾ ਦਰਸ਼ਨ ਨਹੀਂ ਹੋ ਰਿਹਾ ਹੈ। ਆਏ ਵੇਈ ਤਟ ਹੇਰਤ ਬਾਰਕੂ। ਤੋ ਵੇਈ ਨਦੀ ਦੇ ਕਿਨਾਰੇ ਤੇ ਆਣ ਕਰਕੇ ਹੁਣ ਪਾਣੀ ਵੱਲ ਤੱਕਦੇ ਹਨ ਸਾਰੇ। ਖੋਜਤ ਹੈ ਨਾ ਲਹਿ ਸੁਖ ਹੀਰਾ। ਤੋ ਕਹਿੰਦੇ ਸਾਰੇ ਹੀ ਇਸ ਪ੍ਰਕਾਰ ਖੋਜ ਕਰ ਰਹੇ ਨੇ, ਪਰ ਸੁੱਖਾਂ ਦਾ ਹੀਰਾ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਨਹੀਂ ਹੋ ਰਿਹਾ ਇਹਨਾਂ ਦੇ ਤਾਈਂ। ਜਾਂ ਬਿਦ ਖੋਜਤ ਵਾਰ ਤੇ ਪਾਰ ਤੇ। ਇਸ ਤਰ੍ਹਾਂ ਦੇ ਨਾਲ ਭਾਈ ਸਾਰੇ ਖੋਜਦੇ ਹਨ, ਕੋਈ ਉਰਾਰ ਕੋਈ ਪਾਰ ਦੇ ਪਾਸੇ ਯਤਨ ਕਰਦੇ ਹਨ। ਹਾਰ ਪਰੇ ਨਹਿ ਵਾਰ ਤੇ ਪਾਇਓ। ਤੋ ਪਾਣੀ ਦੇ ਵਿੱਚ ਹਾਰ ਗਏ, ਹੰਭ ਅੱਗੇ ਕਿੱਧਰੋਂ ਗੁਰੂ ਨਾਨਕ ਦਾ ਸਰੀਰ ਮਿਲਿਆ ਨਹੀਂ ਹੈ। ਗੁੰਮ ਭਇਓ ਧਰਨੀ ਕੇ ਧਸਿਓ। ਤੋ ਕਹਿੰਦੇ ਕਿਸ ਤਰ੍ਹਾਂ ਦਾ ਮਹਾਰਾਜ ਗੁੰਮ ਹੋ ਗਏ ਵੀ ਧਰਤੀ ਦੇ ਵਿੱਚ ਹੀ ਕਿਤੇ ਧਸ ਗਏ ਨੇ ਜਾਂ ਕਿੱਧਰ ਚਲੇ ਗਏ। ਦੁਰ ਕੈਸੇ ਗਇਓ ਨਹਿ ਨੈਣ ਲਖਿਓ। ਤੋ ਕਹਿੰਦੇ ਕਿੱਥੇ ਗੁਰੂ ਸਾਹਿਬ ਛਪ ਗਏ ਨਾ, ਨੇਤਰਾਂ ਨੂੰ ਦਰਸ਼ਨ ਨਹੀਂ ਹੁੰਦੇ ਹਨ। ਸ੍ਰੀ ਗੁਰ ਕੀਰਤ ਸਾਗਰ ਸੀ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਜਸ ਜੋ ਹੈ ਸਮੁੰਦਰ ਵਰਗੀ ਹੈ। ਮਤ ਮਾਨਵ ਕੀ ਤਟ ਪੈ ਅਬਲਾਇਓ। ਤੋ ਕਹਿੰਦੇ ਨੇ ਇਸ ਪ੍ਰਕਾਰ ਸੋ ਸਾਰੇ ਮਨੁੱਖਾਂ ਦੀ ਜਿਹੜੀ ਬੁੱਧੀ ਅਕਲ ਹੈ ਸੋਚਣ ਵਾਲੀ, ਉਹ ਇੱਕ ਤ੍ਰੀਮਤ ਔਰਤ ਦੀ ਨਿਆਈ ਹੌਸਲਾ ਛੱਡ ਬੈਠੀ ਵਰਗੀ ਇਉਂ ਹੋਈ ਬੈਠੀ ਹੈ। ਕਿਉ ਤਿਹ ਥਾਹ ਲਖੇ ਬਿਨ ਥਾਹੀ। ਭਈ ਕਿਉਂ ਉਸ ਦੀ ਹਾਥ ਉਸ ਦਾ ਓੜਕ ਕੋਈ ਲੈ ਸਕਦਾ ਜਿਹਦਾ ਕੋਈ ਥਾਂ ਹੀ ਨਹੀਂ। ਗੁਰੂ ਨਾਨਕ ਸਾਹਿਬ ਅਥਾਹ ਬੇਅੰਤ ਹਨ, ਕੌਣ ਉਹਨਾਂ ਦਾ ਅੰਤ ਲੈ ਸਕਦਾ ਹੈ। ਹਰੀ ਸੁਖ ਚਾਹੇ ਨਾ ਕੋ ਬਿਦ ਆਇਓ। ਤੋ ਇਸ ਪ੍ਰਕਾਰ ਕਿਸੇ ਤਰੀਕੇ ਦੇ ਨਾਲ ਵੀ ਸੋ ਕੋਈ ਵੀ ਇਹਨਾਂ ਦੀ ਜਿਹੜੀ ਹੈ ਸੋਚ ਨਹੀਂ ਫੁਰੀ ਵੀ ਕੀ ਤਰੀਕਾ ਕਰੀਏ, ਕਿਸ ਤਰ੍ਹਾਂ ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਤਾ ਲੱਗੇ। ਸਾਰਿਆਂ ਦੀ ਬੁੱਧ ਹਰੀ ਗਈ ਹੈ। ਇਸ ਤਰੀਕੇ ਦੇ ਨਾਲ
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਨਦੀ ਵਿੱਚ ਚੁੱਭੀ ਲਗਾਈ ਹੈ। ਗੁਰੂ ਸਾਹਿਬ ਪਰਮੇਸ਼ਰ ਰੂਪ ਨੇ। ਪੰਜਾਂ ਤੱਤਾਂ ਦਾ ਸਰੀਰ ਮਹਾਰਾਜ ਨੇ ਪੂਤਲਾ ਬਣਾਇਆ ਸੀ। ਪੰਜਾਂ ਤੱਤਾਂ ਵਿੱਚ ਤੱਤ ਮਿਲਾ ਦਿੱਤੇ। ਹੁਣ ਜੇ ਇਕੱਠੇ ਹੋਣ ਤਾਂ ਗੁਰੂ ਸਾਹਿਬ ਦਾ ਸਰੀਰ ਲੱਭੇ ਕਿਸੇ ਨੂੰ। ਤਾਂ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਦੀ ਅਗਾਧ ਗਤੀ ਹੈ। ਗੁਰੂ ਸਾਹਿਬ ਨੇ ਇਹ ਕੌਤਕ ਕੀਤਾ ਹੈ। ਕੀਤਾ ਇਸ ਲਈ ਹੁਣ ਸੰਸਾਰ ਦੇ ਜੀਵਾਂ ਨੂੰ ਸੋ ਭਵਜਲੋਂ ਪਾਰ ਕਰਨ ਵਾਸਤੇ ਸੱਚਾ ਪਰਮੇਸ਼ਵਰ ਦਾ ਗਿਆਨ ਬਖਸ਼ਿਸ਼ ਕਰਨਾ, ਤਾਂ ਕਿ ਦੁਨੀਆ ਦੇ ਲੋਕ ਪਖੰਡਾਂ ਤੋਂ ਬਚ ਕੇ ਸੱਚ ਨਾਲ ਜੁੜ ਕਰਕੇ ਆਪਣਾ ਜੀਵਨ ਸਫਲਾ ਕਰ ਸਕਣ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਅੱਜ ਦਾ ਸਮਾਂ ਜੋ ਹੈ ਇਤਨਾ ਕੁ ਕਥਾ ਜਿਹੜੀ ਹੈ ਪ੍ਰਵਾਨ ਕਰਨੀ, ਕਿਉਂਕਿ ਸੋ ਭਾਈ ਜਰਨੈਲ ਸੁਰਾਂ ਦੇ ਘਰ ਦੇ ਵਿੱਚ ਪ੍ਰੋਗਰਾਮ ਹੈ। ਇਸ ਵਾਸਤੇ ਅੱਜ ਕਥਾ ਜਿਹੜੀ ਹੈ ਪਹਿਲੇ ਕੀਤੀ ਹੈ। ਬਾਕੀ ਦਿਨਾਂ ਦੇ ਵਿੱਚ ਉਸੇ ਸਮੇਂ ਦੇ ਨਾਲ ਹੀ ਕਥਾ ਜਿਹੜੀ ਹੈ ਉਹ ਚੱਲੇਗੀ। ਸੋ ਸਤਿਗੁਰੂ ਦੀ ਬਖਸ਼ਿਸ਼ ਨਾਲ ਕੱਲ੍ਹ ਨੂੰ ਸ਼ਾਇਦ ਕਥਾ ਨਾ ਹੋ ਸਕੇ, ਕਿਉਂਕਿ ਸੋ ਬਰਾਤ ਜਾਣੀ ਹੈ। ਭਾਈ ਜਰਨੈਲ ਸੁਣ ਦੇ ਭੁਚੰਗੀ ਜਸਪ੍ਰੀਤ ਸੁਣਾ ਦੀ ਬਰਾਤ ਜਾਣੀ, ਦੂਰ ਜਾਣਾ ਹੈ। ਇਸ ਵਾਸਤੇ ਹੋ ਸਕਦਾ ਕਿ ਵਾਪਸ ਆਉਣ ਨੂੰ ਦੇਰ ਲੱਗ ਜਾਏ। ਕੱਲ੍ਹ ਨੂੰ ਸ਼ਾਮ ਦਾ ਦੀਵਾਨ ਸ਼ਾਇਦ ਨਾ ਹੀ ਸਾਡੇ ਕੋਲ ਲੱਗ ਸਕੇ। ਸਾਰਿਆਂ ਨੇ ਜਾਣਾ ਹੈ, ਸੰਗਤ ਨੇ ਵੀ ਜਾਣਾ, ਸਭ ਨੇ ਤਕਰੀਬਨ। ਗੁਰੂ ਬਖਸ਼ਿਸ਼ ਕਰਨ। ਬਾਕੀ ਸਾਰੇ ਦਿਨਾਂ ਵਿੱਚ ਗੁਰੂ ਪਾਤਸ਼ਾਹ ਰਹਿਮਤ ਕਰਨ, ਸਿਰ ਤੇ ਮੇਰੇ 'ਤੇ ਹੱਥ ਰੱਖਦੇ ਹੋਏ ਇਸੇ ਤਰ੍ਹਾਂ ਹੀ ਸਤ ਸੰਗਤ ਦਾ ਆਨੰਦ, ਗੁਰੂ ਦੀ ਹਜ਼ੂਰੀ, ਗੁਰੂ ਦਾ ਜਸ ਸੁਣ ਕੇ ਵਡਭਾਗੀ ਬਣੀਏ। ਗੁਰੂ ਦਾ ਜਸ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਯਹੋਵਾ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਸ੍ਰੀ ਗੁਰ ਕੀਰਤ ਸਾਗਰ ਸੀ, ਮਤ ਮਾਨਵ ਕੀ ਤਟ ਪੈ ਅਬਲਾਇਓ। ਕਿਉ ਤਿਹ ਥਾਹ ਲਖੇ ਬਿਨ ਥਾਹੇ, ਖਰੀ ਸੁਖ ਚਾਹੇ ਨਾ ਕੋ ਬਿਦ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।